1 ਜੂਨ ਨੂੰ CRPF ने ਜਿਹੜਾ ਬੰਕਰਾਂ ਦੇ ਵਿੱਚੋਂ ਉੱਪਰ ਜਿਹੜੇ ਉਹਨਾਂ ਨੇ ਬਣਾਏ ਹੋਏ ਸਨ ਸਾਰੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਉੱਥੋਂ ਦਰਬਾਰ ਸਾਹਿਬ ਦੇ ਉੱਤੇ ਫਾਇਰਿੰਗ ਕੀਤੀ ਸੀ, ਜਿਹਦੇ ਵਿੱਚ 13-14 ਬੰਦੇ ਸ਼ਹੀਦ ਹੋ ਗਏ ਸਨ ਔਰ ਸਾਰੇ ਦਰਬਾਰ ਸਾਹਿਬ ਦੇ ਉੱਤੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਸਨ। ਉਹਦੇ ਬਾਅਦ ਫੌਜ ਦੇ ਹਵਾਲੇ ਜਿਹੜਾ ਕੀਤਾ ਉਹ 3 ਤਰੀਕ ਨੂੰ ਕੀਤਾ, 2-3 ਦੀ ਰਾਤ ਨੂੰ, ਰਾਤ 12 ਵਜੇ ਤੋਂ ਬਾਅਦ ਮਤਲਬ ਜਦੋਂ 3 ਤਰੀਕ ਸ਼ੁਰੂ ਹੋ ਗਈ ਉਸ ਦਿਨ ਤੋਂ ਫੌਜ ਦੇ ਹਵਾਲੇ ਕਰਤਾ ਔਰ ਉਸ ਦਿਨ ਤੋਂ ਹੀ ਫੌਜ ਨੇ ਘੇਰਾਬੰਦੀ ਜਿਹੜੀ ਸ਼ੁਰੂ ਕਰਤੀ ਸੀ। 4 ਤਰੀਕ ਨੂੰ ਤੇ ਫੌਜ ਨੇ ਐਂਟਰ ਕਰਤੀ। ਜੁਝਾਰੂ ਸਿੰਘਾਂ ਨੇ ਐਡੀ ਤਾਕਤ ਨਾਲ ਉਹਨਾਂ ਦਾ ਮੁਕਾਬਲਾ ਕੀਤਾ, ਇੰਨੀ ਹਿੰਮਤ ਨਾਲ, ਜੁਰਤ ਨਾਲ ਮੁਕਾਬਲਾ ਕੀਤਾ ਕਿ ਉਹ ਜਿਹੜਾ ਸੋਚਦੇ ਸਨ ਵੀ ਕੁਝ ਘੰਟਿਆਂ ਦੇ ਵਿੱਚ ਅਸੀਂ ਫਤਿਹ ਕਰਕੇ ਤੇ ਕੰਮ ਮੁਕਾ ਦੇਵਾਂਗੇ, ਉਹਨਾਂ ਨੂੰ 3 ਦਿਨ ਉੱਥੇ ਸੰਘਰਸ਼ ਕਰਨਾ ਪਿਆ। ਦੇਖੋ ਗੱਲ ਇਹ ਹੈ, ਜੇ ਤੇ ਅਸੀਂ ਕਿਹਾ ਜਾਵੇ ਵੀ ਜਿਸ ਲਾਈਨ ਦੇ ਉੱਤੇ ਭਾਈ ਜਰਨੈਲ ਸਿੰਘ ਚੱਲ ਰਹੇ ਸਨ ਉਸ ਲਾਈਨ ਦਾ ਲੀਡਰ ਤੇ ਮੁੜ ਕੇ ਮਿਲਿਆ ਨਹੀਂ, ਉਹ ਤੇ ਉਹਨਾਂ ਦੇ ਨਾਲ ਸਮਾਪਤੀ ਹੋ ਗਈ। ਸਿੱਖ ਸਾਈਕੀ ਦੇ ਉੱਤੇ ਨੇ ਇੰਨਾ ਬੜਾ ਪ੍ਰਭਾਵ ਪਾਇਆ ਕਿ ਅੱਜ 36 ਸਾਲ ਬੀਤਣ ਤੋਂ ਬਾਅਦ ਵੀ ਉਹ ਦਰਦ ਜਿਹੜਾ ਹਰ ਸਿੱਖ ਮਹਿਸੂਸ ਕਰਦਾ। ਸਰਕਾਰ ਨੂੰ ਅੱਜ ਵੀ ਪਾਬੰਦੀਆਂ ਲਾਉਣੀਆਂ ਪੈਂਦੀਆਂ ਨੇ ਵੀ ਇਹਦੀ ਯਾਦ ਨਾ ਮਨਾਉਣ, ਕਿਉਂਕਿ ਸਿੱਖਾਂ ਦੇ ਹਿਰਦੇ 'ਚੋਂ ਯਾਦ ਜਿਹੜੀ ਹੈ ਵਸੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਉਹਦਾ ਸਵਾਰਥ ਸਿਰਫ ਪੋਲੀਟਿਕਸ ਤੱਕ ਸੀਮਤ ਹੈ ਔਰ ਪੋਲੀਟਿਕਸ ਵੀ ਉਹਦੀ ਪਰਿਵਾਰਕ ਪੋਲੀਟਿਕਸ ਹੈ। ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ, ਉਹਦਾ ਪੁੱਤਰ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਤੇ ਨਾਲੇ ਅਕਾਲੀ ਦਲ ਦਾ ਪ੍ਰਧਾਨ, ਸੁਖਬੀਰ ਸਿੰਘ ਬਾਦਲ ਦੀ ਬੀਵੀ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਮੰਤਰੀ ਹਰਸਿਮਰਨ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਹੜਾ ਉਹ ਪਿਛਲੀ ਅਕਾਲੀ ਸਰਕਾਰ ਦੇ ਵਿੱਚ ਮਜੀਠੀਆ ਇੱਥੇ ਮਿਨਿਸਟਰ ਸੀ। ਇਹ ਸਾਰਾ ਪਰਿਵਾਰਵਾਦ ਹੀ ਹੈ ਉਹਨਾਂ ਦਾ। ਉਹਨਾਂ ਦਾ ਸਵਾਰਥ ਜਿਹੜਾ ਪਰਿਵਾਰ ਤੱਕ ਹੈ ਉਹ ਪਰਿਵਾਰ ਤੋਂ ਅੱਗੇ ਵੇਖਦੇ ਹੀ ਨਹੀਂ। ਉਹਨਾਂ ਨੇ ਆਪਣੇ ਹਿੱਤਾਂ ਵਾਸਤੇ ਸਦਾ ਸਿੱਖ ਕੌਮ ਦੇ ਹਿੱਤ ਵੇਚੇ ਨੇ। ਜੇ ਆਪਾਂ ਕਹਿ ਦਈਏ ਕਿ ਲੋਕ ਜਦੋਂ ਵੋਟ ਪਾਉਂਦੇ ਨੇ ਉਹ ਸਿਰਫ ਵੋਟ ਭਾਵੁਕ ਹੋ ਕੇ ਪਾਉਂਦੇ ਨੇ, ਜਾਂ ਆਪਾਂ ਕਹਿ ਦਈਏ ਕਿ ਜੇ ਆਪਣੀ ਸ਼੍ਰੋਮਣੀ ਅਕਾਲੀ ਦਲ ਕਮੇਟੀ ਬਣੀ ਹੋਈ ਹੈ ਉਸ ਦਿਨਾਂ 'ਤੇ ਵੋਟ ਪਾਉਂਦੇ ਨੇ ਲੋਕੀ। ਲੇਕਿਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ SCPC ਦੇ ਉੱਤੇ, ਉਹਦੀ ਵਜ੍ਹਾ ਕਰਕੇ ਪੰਥ ਦੇ ਤੌਰ ਤੇ ਮਾਨਤਾ ਇਹਨਾਂ ਨੂੰ ਮਿਲਦੀ ਹੈ ਤੇ ਪੰਥ ਦੇ ਨਾਂ ਦੇ ਉੱਤੇ ਵੋਟ ਮਿਲਦੇ ਨੇ। ਫਿਰ ਲੋਕੀ ਸਵਾਲ ਕਿਉਂ ਨਹੀਂ ਕਰਦੇ ਕਿ ਸਾਰੀ ਜ਼ਿੰਦਗੀ ਇੱਦਾਂ ਹੀ ਚੱਲਦਾ ਰਹੂਗਾ? ਫਿਰ ਲੋਕਾਂ ਦੀ ਮਾਨਸਿਕਤਾ ਉੱਥੇ ਤੱਕ ਹੈਗੀ ਹੈ, ਫਿਰ ਆਪਣੇ ਬੱਚੇ ਨੂੰ ਕੀ ਦੇ ਦੇਣ ਅੱਗੇ ਜਾ ਕੇ, ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਦੇਣੇ। ਪ੍ਰਕਾਸ਼ ਸਿੰਘ ਬਾਦਲ ਕੋਲ ਇੱਕ ਬੜਾ ਵੱਡਾ ਹਥਿਆਰ ਸੀ, ਜਿਵੇਂ ਜੂਨ 84 ਵਾਲਾ ਘੱਲੂਘਾਰਾ ਹੋਇਆ, ਉਹਦੇ ਬਾਅਦ ਕੋਲ ਇੱਕ ਹਥਿਆਰ ਆ ਗਿਆ ਕਿ ਜੀ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ। ਇਹਦੇ ਸ਼ੱਕ ਕੋਈ ਨਹੀਂ, ਮੈਂ ਨਹੀਂ ਕਹਿੰਦਾ ਕਾਂਗਰਸ ਦੁਸ਼ਮਣ ਨਹੀਂ, ਲੇਕਿਨ ਜੇ ਕਹੀਏ ਕਿ ਦੂਜੇ ਦੋਸਤ ਨੇ, BJP ਵਾਲੇ ਦੋਸਤ ਨੇ, ਤੇ ਇੱਕ ਸੱਪ ਹੈ ਤੇ ਬਿੱਛੂ ਹੈ, ਉਹ ਫਰਕ ਕੋਈ ਨਹੀਂ, ਸਿੱਖਾਂ ਵਾਸਤੇ ਕੋਈ ਫਰਕ ਨਹੀਂ। ਲੇਕਿਨ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਰਗਾੜੀ ਕਾਂਡ ਹੋਇਆ, ਉਹਦੇ ਬਾਅਦ ਸਿੱਖਾਂ ਨੂੰ ਪਤਾ ਲੱਗਾ, ਸੱਚਾਈ ਪਤਾ ਲੱਗੀ ਕਿ ਇਹ ਲੋਕ ਇਸ ਹੱਦ 'ਤੇ ਵੀ ਜਾ ਸਕਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦੇਣ ਆਪਣੇ ਸਿਆਸਤ ਵਾਸਤੇ। ਤੁਸੀਂ ਜਿਸ ਤਰ੍ਹਾਂ ਪੋਲੇ ਦੇ ਲਫ਼ਜ਼ਾਂ 'ਚ ਪੁੱਛ ਰਹੇ ਹੋ ਨਾ, ਇਹ ਗੱਲ ਉਸ ਤਰ੍ਹਾਂ ਹੈ ਨਹੀਂ। ਇੰਦਰਾ ਗਾਂਧੀ ਬੜੀ ਡੀਪ ਪੋਲੀਟੀਸ਼ੀਅਨ ਸੀ। ਇੰਦਰਾ ਗਾਂਧੀ ਅਕਾਲੀਆਂ ਨਾਲ ਵੀ ਗੱਲ ਕਰ ਰਹੀ ਸੀ, ਇੰਦਰਾ ਗਾਂਧੀ ਭਿੰਡਰਾਂਵਾਲੇ ਵਾਲਿਆਂ ਨਾਲ ਵੀ ਗੱਲ ਕਰ ਰਹੀ ਸੀ, ਇੰਦਰਾ ਗਾਂਧੀ ਕਿਸੇ ਤੀਜੀ ਧਿਰ ਨਾਲ ਵੀ ਗੱਲ ਕਰ ਰਹੀ ਸੀ। ਇੱਥੇ ਇੰਦਰਾ ਗਾਂਧੀ ਨੇ ਉਸ ਸੰਘਰਸ਼ ਨੂੰ ਆਪਣੇ ਸਵਾਰਥ ਵਾਸਤੇ ਬੜੇ ਤਰੀਕੇ ਨਾਲ ਵਰਤਿਆ। ਆਮ ਤੌਰ 'ਤੇ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਮੈਂ ਕਹਿ ਦਿੰਦਾ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਕੀ ਉਹ ਅਵੋਇਡ ਕੀਤਾ ਜਾ ਸਕਦਾ ਸੀ ਕਿ ਘੱਲੂਘਾਰਾ ਨਾ ਹੁੰਦਾ? ਆਮ ਸਿੱਖ ਨੂੰ ਪੁੱਛੋਗੇ ਉਹ ਕਹੇਗਾ ਹਾਂ ਜੀ, ਜੇ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ 'ਚੋਂ ਬਾਹਰ ਆ ਜਾਂਦੇ ਤੇ ਘੱਲੂਘਾਰਾ ਨਾ ਹੁੰਦਾ। ਮੈਂ ਨਹੀਂ ਮੰਨਦਾ। 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਉਹਦੇ ਬਾਅਦ ਕਾਂਗਰਸ ਦੀ ਇਹ ਪਾਲਿਸੀ ਰਹੀ ਵੀ ਸਾਰੀ ਮਿਨੋਰਿਟੀਜ਼ ਨੂੰ ਨਾਲ ਲਓ, ਉਹਨਾਂ ਦੇ ਵੋਟ ਇਨਕੈਸ਼ ਕਰ ਲਓ, ਦਲਿਤਾਂ ਦੇ ਵੋਟ ਲੈ ਲਓ, ਕੁਝ ਮੈਜੋਰਿਟੀ ਵੋਟ ਲੈ ਲਓ, ਤੁਸੀਂ ਰਾਜ ਕਰੀ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਉਦੋਂ ਇੰਦਰਾ ਗਾਂਧੀ ਨੇ ਇੱਕ ਗੱਲ ਸੋਚ ਲਈ ਸੀ, ਪਲਾਨ ਕਰ ਲਿਆ ਸੀ ਕਿ ਜੇ ਭਾਰਤ ਦੇ ਉੱਤੇ ਰਾਜ ਕਰਨਾ ਹੈ ਤੇ ਮੈਜੋਰਿਟੀ ਕਮਿਊਨਿਟੀ ਦੀ ਵੋਟ ਚਾਹੀਦੀ ਹੈ। ਉਹ ਮੈਜੋਰਿਟੀ ਕਮਿਊਨਿਟੀ ਦੀ ਵੋਟ ਲੈਣ ਦੇ ਵਾਸਤੇ ਇੱਕ ਵਿਲਨ ਚਾਹੀਦਾ ਸੀ ਜਿਹਨੂੰ ਹਿੰਦੂਆਂ ਦਾ ਦੁਸ਼ਮਣ ਦਿਖਾਇਆ ਜਾ ਸਕੇ। ਉਹ ਸਿੱਖਾਂ ਨੂੰ ਬਣਾਇਆ ਗਿਆ। ਉਹਦੇ ਵਾਸਤੇ ਜਿਹੜਾ ਪੰਜਾਬ ਦਾ ਸੰਘਰਸ਼ ਚੱਲ ਰਿਹਾ ਸੀ, ਜਿਹਦੀ ਅਗਵਾਈ ਭਾਈ ਜਰਨੈਲ ਸਿੰਘ ਖਾਲਸਾ ਕਰ ਰਹੇ ਸਨ, ਉਹਨੂੰ ਉਹਨੇ ਪੂਰਾ ਇਸਤੇਮਾਲ ਕੀਤਾ। ਮੇਰਾ ਬਿਲਕੁਲ ਕਹਿਣ ਦਾ ਇਹ ਮਤਲਬ ਨਹੀਂ ਕਿ ਭਾਈ ਜਰਨੈਲ ਸਿੰਘ ਖਾਲਸਾ ਉਹਨਾਂ ਨਾਲ ਮਿਲੇ ਹੋਏ ਸਨ। ਭਾਈ ਜਰਨੈਲ ਸਿੰਘ ਖਾਲਸਾ ਇੱਕ ਭਾਵਕ ਲੀਡਰ ਸਨ ਔਰ ਇਮਾਨਦਾਰੀ ਦੇ ਨਾਲ ਲੱਗੇ ਹੋਏ ਸਨ। ਮੈਂ ਉਹਨਾਂ ਦੀ ਸੂਝ ਬਾਰੇ ਕੁਝ ਕਹਿ ਸਕਣਾ ਕਿ ਦੂਰਦਰਸ਼ੀ ਨਹੀਂ ਸਨ ਬਹੁਤ। ਇੱਕ ਸੁਲਝੇ ਹੋਏ ਲੀਡਰ ਹੁੰਦਾ ਜਿਹੜਾ ਆਉਣ ਵਾਲੇ ਸਮੇਂ ਨੂੰ ਵੇਖਦਾ ਵੀ ਜੋ ਮੈਂ ਕੁਝ ਕਰ ਰਿਹਾ ਤਾਂ ਕੌਮ 'ਤੇ ਆਉਣ ਵਾਲੇ ਸਮੇਂ 'ਚ ਕੀ ਭਵਿੱਖ ਹੋਏਗਾ, ਉਹ ਨਹੀਂ ਸਨ, ਲੇਕਿਨ ਇਮਾਨਦਾਰ ਔਰ ਭਾਵਕ ਲੀਡਰ ਸਨ। ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ
ਇਹਨਾਂ ਦੇ ਨਾਵਾਂ ਨਾਲ, ਕਿਉਂਕਿ ਸੰਤ ਲਕਬ ਜਿਹੜਾ ਲੱਗਾ ਹੋਇਆ ਮੈਂ ਵਰਤ ਰਿਹਾ। ਮੈਂ ਨਹੀਂ ਕਿਸੇ ਨੂੰ ਸੰਤ ਮੰਨਦਾ, ਸੰਤ ਸਿਰਫ ਮੇਰਾ ਗੁਰੂ ਹੈ। ਹਰ ਦਿਨ ਜਿਹੜੀਆਂ ਸਪੀਚਸ ਹੁੰਦੀਆਂ ਸਨ, ਜਿਹੜੇ ਉੱਥੇ ਜਕਾਰੇ ਛੱਡੇ ਜਾਂਦੇ ਸਨ, ਉੱਥੇ ਭਾਈ ਜਰਨੈਲ ਸਿੰਘ ਭਾਰੀ ਪੈ ਰਹੇ ਸਨ, ਜਿਹਦੇ ਨਾਲ ਅਕਾਲੀ ਲੀਡਰਸ਼ਿਪ ਬੜੀ ਚਿੰਤਤ ਸੀ। ਸੱਚਾਈ ਇਹ ਹੈ ਕਿ ਅਕਾਲੀ ਚਾਹੁੰਦੇ ਸਨ ਵੀ ਕਿਸੇ ਤਰ੍ਹਾਂ ਜਰਨੈਲ ਸਿੰਘ ਕੋਲੋਂ ਸਾਡਾ ਕਿਹੜਾ ਛੁੱਟਦਾ ਹੈ, ਕਿ ਅਕਾਲੀ ਇੰਦਰਾ ਗਾਂਧੀ ਦੇ ਪ੍ਰਾਈਵੇਟ ਸੈਕਟਰੀ ਦੇ ਰਾਹੀਂ ਉਹਦੇ ਕੰਟੈਕਟ ਦੇ ਵਿੱਚ ਸਨ, ਔਰ ਇਹਨਾਂ ਦਾ ਹੱਥ ਸੀ ਇਹ ਘੱਲੂਘਾਰਾ ਕਰਾਉਣ ਦੇ ਵਿੱਚ। ਉਹਨਾਂ ਦਾ ਅਸਲੀ ਮਕਸਦ ਸਿਰਫ ਇੱਕੋ ਸੀ। ਇਹਨਾਂ ਦਾ ਇਹ ਖਿਆਲ ਸੀ ਕਿ ਫੌਜ ਆਈ ਤੇ ਜਰਨੈਲ ਸਿੰਘ ਨੇ ਡਰ ਕੇ ਭੱਜ ਜਾਣਾ। ਇਹਨਾਂ ਨੂੰ ਇਹ ਨਹੀਂ ਸੀ ਪਤਾ ਉਹ ਸਿਰੜੀ ਬੰਦਾ। ਇਹਨਾਂ ਵਾਂਗੂ ਉਹ ਹਵਨ ਕੁੰਡ ਬਣਾ ਕੇ ਅਕਾਲ ਤਖਤ ਦੇ ਉੱਤੇ ਵੀ ਸੜ ਕੇ ਮਰ ਜਾਵਾਂਗੇ, ਕੋਈ ਮਰਿਆ ਨਹੀਂ ਅੱਜ ਤੱਕ। ਇਹ ਅਕਾਲੀ ਲੀਡਰ ਪਖੰਡ ਕਰਦੇ ਰਹੇ ਨੇ, ਤੇ ਇਹ ਸੋਚਦੇ ਸਨ ਵੀ ਸ਼ਾਇਦ ਉਹ ਇਹੋ ਜਿਹਾ ਹੋਏਗਾ। ਉਹ ਸ਼ਹੀਦ ਹੋ ਗਿਆ, ਉਹ ਸ਼ਹੀਦੀ ਪਾ ਗਿਆ। ਇਹਨਾਂ ਦਾ ਮਕਸਦ ਪੂਰਾ ਹੋ ਗਿਆ। ਉਹ ਭੱਜਿਆ ਨਹੀਂ ਤੇ ਸ਼ਹੀਦ ਹੋ ਗਿਆ। ਇਹਨਾਂ ਦੇ ਕੋਲ ਸਿਆਸਤ ਜਿਹੜੀ ਹੈ ਮੁੜ ਕੇ ਉੱਦਾਂ ਦੀ ਉੱਦਾਂ ਰਹਿ ਗਈ। ਜਾਂ ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਲਿਖਿਆ ਕਿ ਉਹਨਾਂ ਨੇ ਪੋਲੀਟੀਸ਼ੀਅਨ ਦੀ ਹਮਾਇਤ ਵੀ ਕੀਤੀ ਸੀ ਕਿਤੇ ਨਾ ਕਿਤੇ। ਨਹੀਂ, ਉਹ ਮੇਰੇ ਲਿਖਣ ਦੀ ਗੱਲ ਨਹੀਂ, ਇਹ ਤੇ ਇਟਸ ਅ ਮੈਟਰ ਆਫ ਰਿਕਾਰਡ। ਉਹਨਾਂ ਨੇ SGPC ਦੀ ਇਲੈਕਸ਼ਨ ਲੜੀ ਸੀ, ਉਹਦੇ ਵਿੱਚ ਕਾਂਗਰਸ ਨੇ ਉਹਨਾਂ ਦੀ ਸਪੋਰਟ ਕੀਤੀ ਸੀ, ਲੇਕਿਨ ਉਹ ਇਲੈਕਸ਼ਨ ਦੇ ਵਿੱਚ ਬਹੁਤ ਕਾਮਯਾਬ ਨਹੀਂ ਸੀ ਹੋਏ, 4 ਸੀਟਾਂ ਜਿੱਤੇ ਸਨ। ਉਹਦੇ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਸਪੋਰਟ ਕੀਤੀ ਸੀ। ਇਹ ਤੇ ਇਟਸ ਅ ਮੈਟਰ ਆਫ ਰਿਕਾਰਡ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਕਿ ਜੂਨ 84 ਨੂੰ ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ, ਉਹਦਾ ਪੂਰਾ ਫਾਇਦਾ ਚੁੱਕਿਆ। ਆ 36 ਸਾਲ ਕਾਂਗਰਸ 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 ਸਿੱਖਾਂ ਦੀ ਦੁਸ਼ਮਣ, ਕਾਂਗਰਸ ਸਿੱਖਾਂ ਦੀ ਦੁਸ਼ਮਣ ਕਹਿ ਕੇ ਆਪਣਾ ਪੋਲੀਟੀਕਲ ਫਾਇਦਾ ਲਿਆ। ਲੋਕਾਂ ਨੂੰ ਇਹ ਹੋ ਜਾਏ ਕਿ ਇੰਦਰਾ ਗਾਂਧੀ ਜਿਹੜੀ ਹੈ ਉਹ ਹਿੰਦੂਆਂ ਦੀ ਰਕਸ਼ਕ ਹੈ, ਉਹ ਦੁਰਗਾ ਦੇਵੀ ਦਾ ਅਵਤਾਰ ਪੈਦਾ ਹੋਈ ਹੈ, ਔਰ ਉਹ ਬਣ ਕੇ ਦਿਖਾਤਾ ਉਹਨੇ। ਉਹਨੂੰ ਇਹ ਨਹੀਂ ਸੀ ਪਤਾ ਵੀ ਸਿੱਖ ਮਾਨਸਿਕਤਾ ਕਿਹੋ ਜਿਹੀ ਹੈ। ਇਹ ਕਿੰਨਾ ਚਿਰ ਮੈਨੂੰ ਇਹਦਾ ਸੁੱਖ ਲੈਣ ਦੇਣਗੇ, ਕਿੰਨਾ ਦਿਨ ਰਾਜ ਸਦਾ ਮੈਂ ਭੋਗ ਸਕਾਂਗੇ ਜੀ, ਉਹਨੇ ਇਹ ਨਹੀਂ ਸੀ ਸੋਚਿਆ। ਉਹਨੇ ਸਿੱਖ ਇਤਿਹਾਸ ਜਿਹੜਾ ਉਹ ਨਹੀਂ ਪੜ੍ਹਿਆ। ਉਹਨੇ ਸੋਚਿਆ ਛੋਟੀ ਜਿਹੀ ਕੌਮ ਹੈ। ਜਿਵੇਂ ਬਿਲਕੁਲ ਅੱਜ ਜਿਵੇਂ BJP ਮੁਸਲਮਾਨਾਂ ਨੂੰ ਵਰਤ ਰਹੀ ਹੈ ਨਾ ਵਿਲਨ ਬਣਾ ਕੇ ਹਿੰਦੂ ਵੋਟ ਲੈਣ ਵਾਸਤੇ, ਇੰਦਰਾ ਗਾਂਧੀ ਨੇ ਸਿੱਖਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਹਿੰਦੂ ਵੋਟ ਲੈਣ ਵਾਸਤੇ। ਉਹਨੇ ਸਿਰਫ ਆਪਣੇ ਪੋਲੀਟੀਕਲ ਮਕਸਦ ਨੂੰ ਦੇਖਿਆ, ਔਰ ਉਹਨੇ ਨਾ ਸਿੱਖ ਇਤਿਹਾਸ ਪੜ੍ਹਿਆ ਤੇ ਨਾ ਸਿੱਖ ਸੰਸਥਾਵਾਂ ਬਾਰੇ ਜਾਣਿਆ। ਇੰਨਾ ਵੱਡਾ ਕੰਮ ਕਰਕੇ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ ਜਿਸਲੇ ਸਿੱਖਾਂ ਦੇ ਹਿਰਦੇ ਵਿਲੁੰਦਰੇ ਗਏ, ਜਿਸਲੇ ਸਿੱਖ ਜਜ਼ਬਾਤ ਜਿਹੜੇ ਨੇ ਉਹ ਕਾਬੂ ਤੋਂ ਬਾਹਰ ਹੋ ਗਏ, ਵਹਿਣ ਵਾਕੇ ਵਹਿ ਤੁਰੇ, ਉਸ ਵੇਲੇ ਜਾ ਕੇ ਪੁੱਛ ਰਹੀ ਹੈ ਅਕਾਲ ਤਖਤ ਕੀ ਕਿਆ ਇੰਪੋਰਟੈਂਸ ਹੈ। ਉਸ ਵੇਲੇ ਤੁਸੀਂ ਦੇਖੋ ਕਿ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਜਿੱਤ ਗਏ। ਸਿਮਰਨਜੀਤ ਸਿੰਘ ਮਾਨ ਨੂੰ ਉਹਦਾ ਲੀਡਰ ਬਣਾਇਆ ਗਿਆ, ਅਕਾਲੀ ਦਲ ਦਾ ਲੀਡਰ ਬਣਾਇਆ ਗਿਆ, ਲੇਕਿਨ ਉਹ ਵੀ ਕਾਬਲ ਲੀਡਰ ਨਹੀਂ ਨਿਕਲਿਆ। ਮੈਂ ਸਾਫ਼ ਲਫ਼ਜ਼ਾਂ 'ਚ ਕਹਾਂਗਾ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਕਾਬਲ ਨਹੀਂ ਨਿਕਲਿਆ। ਇੱਕ ਲੀਡਰ ਸਹੀ ਨੁਮਾਇੰਦੇ ਦੀ ਲੋੜ ਹੈ ਜੋ ਸਿੱਖ ਕੌਮ ਦੀ ਅੱਗੇ ਅਗਵਾਈ ਕਰ ਸਕੇ, ਜਾਂ ਖਾਲਿਸਤਾਨ ਦੀ ਲੋੜ ਹੈ? ਅਸੀਂ ਜੇ ਖਾਲਿਸਤਾਨ ਹੀ ਚਾਹੁੰਦੇ ਸਾਂ, ਸਾਡਾ ਟਾਰਗੇਟ ਉਹੀ ਸੀ, ਤੇ 47 ਦੇ ਵਿੱਚ ਅਸੀਂ ਸੌਖਾ ਲੈ ਸਕਦੇ ਸਾਂ। ਅਸੀਂ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਤੀਜੀ ਧਿਰ ਬਣ ਕੇ ਜਾਂਦੇ, ਜਿਵੇਂ ਜਿਨ੍ਹਾਂ ਤੀਜੀ ਧਿਰ ਬਣ ਕੇ ਗਿਆ ਸੀ, ਦੂਜੀ ਧਿਰ ਬਣ ਕੇ ਗਿਆ ਸੀ, ਉਹਨੇ ਆਪਣਾ ਅਲੱਗ ਪਾਕਿਸਤਾਨ ਲੈ ਲਿਆ। ਅਸੀਂ ਤੇ ਆਪਣੀ ਤਕਦੀਰ ਜਿਹੜੀ ਹੈ ਭਾਰਤ ਦੇ ਨਾਲ ਜੋੜੀ। ਜਿਹੜਾ ਇਹ ਵਾਅਦਾ ਕੀਤਾ ਗਿਆ ਕਿ ਦੇਸ਼ ਦੇ ਉੱਤਰ ਪੱਛਮ ਵਾਲੇ ਖਿੱਤਾ ਰਾਖਵਾਂ ਰੱਖਿਆ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਜਦੋਂ ਅਕਾਲੀ ਲੀਡਰ ਗਏ, ਉਹਨਾਂ ਨੇ ਜਾ ਕੇ ਪੁੱਛਿਆ ਕਿ ਕਿਹਾ ਕਿ ਜੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਲਾਈਨ 'ਚ ਕੰਮ ਮੁਕਾਤਾ। ਉਹਨੇ ਕਿਹਾ ਸਰਦਾਰ ਸਾਹਿਬ अब वक्त बदल गया है। उदों असी गुलाम सां, हुण असी हाकम बन गए। हुण तुसीं साडे कोल की मंगण आए हो। एक कहावत बनी हुई है, साडे माता जी सुणाउंदे हुंदे सी भी बिच्छूआं दी फौज जा रही सी, टूए बिच्छू टूए, उहनां दी फौज जा रही सी। किसी ने पूछा भी तुहाडा सिपा सलार कौन है, तुहाडा लीडर कौन है? वो कहता भी जिहदी पिठ नूं मर्जी हथ ला के वेख लै, उही उन्ना ही डंग मारेगा। साडे ते सारे ही लीडर ने अज इकट्ठे ना हो सकण दा कारण ही इक्को है, वो ईगो जिहड़ी है कि मैं लीडर, मैं अगे होवां। वो छोटा जिहा धड़ा बना के उहदा लीडर बनने नूं तैयार है, लेकिन एक वड्डे धड़े दे विच एक दूजे या तीजे नंबर का लीडर बनने नूं तैयार नहीं। वो धड़ा भावें इन्ना कमज़ोर होवे कि उहदी कोई औकात ना होवे, लेकिन उहदा प्रधान बन के रहना चाहुंदा है। लेकिन दूजा एक वड्डा धड़ा बन जाए जिहड़ा कल नूं राजसी सत्ता भी हासिल कर सके, उहदा तीजे चौथे नंबर का लीडर नहीं बनना चाहुंदा। 6 जून 1984 ਨੂੰ ਤੀਸਰਾ ਘੱਲੂਘਾਰਾ ਹੁੰਦਾ ਹੈ ਤੇ ਉਸ ਤੋਂ ਬਾਅਦ
36 ਸਾਲ ਹੋ ਜਾਂਦੇ ਨੇ 2020 ਦੇ ਵਿੱਚ। ਹੁਣ ਆਪਾਂ ਗੱਲ ਕਰਾਂਗੇ ਕਿ 36 ਸਾਲ ਦੇ ਵਿੱਚ ਸਿੱਖਾਂ ਦੀ ਬਾਹ ਪਕੜੀ ਕਿਸ ਲੀਡਰ ਨੇ ਆ, ਜਾਂ ਆਪਾਂ ਕਹਿ ਦਈਏ ਕਿ ਸਿੱਖ ਜਮਾਤ ਨੂੰ ਕੋਈ ਲੀਡਰ ਮਿਲਿਆ। ਉਸ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਸਨ 47 ਦੀ ਵੀ, ਜਿਸ ਤਰੀਕੇ ਨਾਲ ਵੰਡ ਹੁੰਦੀ ਹੈ, ਵੰਡ ਤੋਂ ਬਾਅਦ ਪੰਜਾਬ ਦੇ ਜਿਹੜੇ ਸਿੱਖ ਹੈਗੇ ਨੇ, ਆਪਾਂ ਕਹਿ ਦਈਏ ਕਿ ਸਿੱਖ ਕੌਮ ਹੈ ਜਿਹੜੀ, ਉਹ ਹਿੰਦੁਸਤਾਨ ਦੇ ਵਿੱਚ ਰਹਿਣਾ ਪਸੰਦ ਕਰਦੀ ਹੈ। ਇਹਨਾਂ ਸਾਲਾਂ ਦੇ ਵਿੱਚ ਬਦਲਿਆ ਕੀ ਹੈ? ਜਦੋਂ ਆਪਾਂ ਹਰਿਮੰਦਰ ਸਾਹਿਬ ਦੀ ਗੱਲਬਾਤ ਕਰਨੇ ਆ, ਉਸ ਵਿੱਚ ਜਦੋਂ ਅਟੈਕ ਹੁੰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਉੱਥੇ ਕਈ ਇਨੋਸੈਂਟ ਵਿਅਕਤੀ ਵੀ ਉੱਥੇ ਸ਼ਹੀਦ ਹੋ ਜਾਂਦੇ ਨੇ। ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕਿਤੇ ਇਸ ਵਿੱਚ ਕੋਈ ਸਿਆਸਤ ਸੀ, ਜਾਂ ਕਿਤੇ ਆਪਾਂ ਇਹ ਕਹਿ ਦਈਏ ਕਿ ਜਿਸ ਤਰੀਕੇ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਸੀ ਉੱਥੇ ਜਾ ਕੇ, ਉਸ ਵਿੱਚ ਕਿਤੇ ਨਾ ਕਿਤੇ ਕੋਈ ਸਿਆਸਤ ਸੀ, ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਉਹਨਾਂ ਵਿਚਕਾਰ ਮੈਸੇਂਜਰ ਸਨ, ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਿਚਕਾਰ ਜੋ ਗੱਲਬਾਤ ਪਹੁੰਚਾਉਂਦੇ ਸਨ, ਕਿਤੇ ਉਹਨਾਂ ਦੇ ਦਿਲ ਵਿੱਚ ਖੋਟ ਸੀ, ਜਾਂ ਆਪਾਂ ਕਹਿ ਦਈਏ ਕਿ ਸਹੀ ਗੱਲਬਾਤ ਪਹੁੰਚਾਈ ਗਈ ਸੀ। ਇਸ ਸਾਰੇ ਤੇ ਆਪਾਂ ਪ੍ਰਤੀਕਿਰਿਆ ਲਵਾਂਗੇ। ਸਾਡੇ ਨਾਲ ਰਜਿੰਦਰ ਸਿੰਘ ਜੀ ਖਾਲਸਾ ਮੌਜੂਦ ਨੇ, ਸਮੇਂ-ਸਮੇਂ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ। ਸਵਾਲ ਵੀ ਹੋਣਗੇ, ਜਵਾਬ ਵੀ ਹੋਣਗੇ, ਤਾਂ ਆਪਾਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਸੇ ਰਾਜਨੀਤੀ ਪਾਰਟੀ ਨੂੰ ਸਪੋਰਟ ਕੀਤੀ ਸੀ। ਕੋਈ ਇਹ ਲਿਖਦੇ ਵੀ ਰਹੇ ਨੇ, ਕਿਤਾਬਾਂ ਵੀ ਇਹਨਾਂ ਦੀ ਆਈਆਂ ਨੇ, ਕਿਤਾਬਾਂ ਪੜ੍ਹਦੇ ਵੀ ਰਹੇ ਨੇ, ਚਰਚਾ ਵੀ ਚੱਲਦੀ ਰਹੀ ਹੈ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਮੱਸਿਆ ਕਿੱਥੇ ਖੜੀ ਹੋ ਗਈ ਸੀ, ਜਾਂ ਆਪਾਂ ਗੱਲ ਕਰਾਂਗੇ ਕਿ ਗਲਤੀ ਕਿੱਥੇ ਹੋ ਗਈ ਸੀ, ਜਾਂ ਵਾਕਈ ਹੀ ਉੱਥੇ ਅਟੈਕ ਦਾ ਹਰਿਮੰਦਰ ਸਾਹਿਬ ਤੇ ਜੋ ਹੋਇਆ ਸੀ ਉਸ ਦਾ ਪਲਾਨ ਪਹਿਲਾਂ ਕੀਤਾ ਜਾ ਚੁੱਕਿਆ ਸੀ, ਜਾਂ ਇਸ ਅਟੈਕ ਨੂੰ ਕਿਤੇ ਰੋਕਿਆ ਜਾ ਸਕਦਾ ਸੀ, ਜਿਸ ਤਰੀਕੇ ਨਾਲ ਭਾਰਤੀ ਫੌਜਾਂ ਜੋ ਸੀ ਹਰਿਮੰਦਰ ਸਾਹਿਬ ਵਿੱਚ ਅੰਦਰ ਚਲੀਆਂ ਗਈਆਂ, ਜੋ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਖਬਰਾਂ ਆਈਆਂ ਸਨ ਕਿ ਹਰਿਮੰਦਰ ਸਾਹਿਬ ਤੇ ਅਟੈਕ ਹੋ ਗਿਆ। ਸਾਡੇ ਰਜਿੰਦਰ ਸਿੰਘ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਖਾਲਸਾ ਜੀ, ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਜਿਸ ਤਰੀਕੇ ਨਾਲ ਅੱਜ 36 ਸਾਲ ਹੋ ਚੁੱਕੇ ਨੇ, 36 ਸਾਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਕੋਈ ਉਹਨਾਂ ਦਾ ਲੀਡਰ ਮਿਲਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਲੀਡਰ ਤਾਂ ਸਦਾ ਹੀ ਚੱਲਦੇ ਰਹਿੰਦੇ ਨੇ, ਫਰਕ ਸਿਰਫ ਕੀ ਹੈ ਕਿ ਇਮਾਨਦਾਰ ਲੀਡਰ ਹੈ ਕਿ ਨਹੀਂ। ਤੁਸੀਂ ਖਾਸ ਤੌਰ 'ਤੇ ਜਿਹੜੀ ਗੱਲ ਕਰ ਰਹੇ ਹੋ ਨਾ, ਇੱਕ ਤਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਰੈਕਟ ਕਰਾਂ, ਦੋ ਚੀਜ਼ਾਂ ਕਰੈਕਟ ਕਰਨਾ ਚਾਹੁੰਦਾ। ਇੱਕ ਤਾਂ ਹਰਿਮੰਦਰ ਸਾਹਿਬ ਨਹੀਂ, ਦਰਬਾਰ ਸਾਹਿਬ ਹੈ ਸਾਡਾ। ਇਹਦਾ ਨਾਂ ਹੁਣ ਹਰਿਮੰਦਰ ਸਾਹਿਬ ਪ੍ਰਚਲਿਤ ਕਰ ਦਿੱਤਾ ਗਿਆ, ਸਾਡਾ ਦਰਬਾਰ ਸਾਹਿਬ ਹੈ। ਗੁਰਬਾਣੀ ਦੇ ਵਿੱਚ ਹਰਿਮੰਦਰ ਲਫ਼ਜ਼ ਜਿਹੜਾ ਉਹ ਸਰੀਰ ਵਾਸਤੇ ਆਉਂਦਾ। ਹਰਿਮੰਦਰ ਇਹ ਸਰੀਰ ਹੈ, ਕਿਸੇ ਇੱਟਾਂ ਪੱਥਰ ਦੀ ਬਿਲਡਿੰਗ ਵਾਸਤੇ ਹਰਿਮੰਦਰ ਲਫ਼ਜ਼ ਨਹੀਂ ਆਉਂਦਾ। ਉਸ ਤੋਂ ਵੀ ਵੱਡੀ ਗੱਲ ਜਿਹੜੀ ਤੁਸੀਂ ਹੁਣੇ ਕੀਤੀ ਨਾ ਕਿ 6 ਜੂਨ ਨੂੰ ਘੱਲੂਘਾਰਾ ਹੋਇਆ। ਘੱਲੂਘਾਰਾ 3 ਜੂਨ ਨੂੰ ਸ਼ੁਰੂ ਹੋ ਗਿਆ ਸੀ, ਪ੍ਰੈਕਟੀਕਲੀ ਤਾਂ 1 ਜੂਨ ਨੂੰ ਸ਼ੁਰੂ ਹੋ ਗਿਆ ਸੀ। 1 ਜੂਨ ਨੂੰ ਇਸ ਤਰ੍ਹਾਂ ਵੀ 1 ਜੂਨ ਨੂੰ CRPF ਨੇ ਜਿਹੜਾ ਹੈ ਬੰਕਰਾਂ ਦੇ ਵਿੱਚੋਂ ਉੱਪਰ ਜਿਹੜੇ ਉਹਨਾਂ ਨੇ ਬਣਾਏ ਹੋਏ ਸਨ ਸਾਰੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਉੱਥੋਂ ਦਰਬਾਰ ਸਾਹਿਬ ਦੇ ਉੱਤੇ ਫਾਇਰਿੰਗ ਕੀਤੀ ਸੀ, ਜਿਹਦੇ ਵਿੱਚ 13-14 ਬੰਦੇ ਸ਼ਹੀਦ ਹੋ ਗਏ ਸਨ, ਔਰ ਸਾਰੇ ਦਰਬਾਰ ਸਾਹਿਬ ਦੇ ਉੱਤੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਸਨ। ਉਹਦੇ ਬਾਅਦ ਫੌਜ ਦੇ ਹਵਾਲੇ ਜਿਹੜਾ ਕੀਤਾ ਉਹ 3 ਤਰੀਕ ਨੂੰ ਕੀਤਾ। 2-3 ਦੀ ਰਾਤ ਨੂੰ, ਰਾਤ 12 ਵਜੇ ਤੋਂ ਬਾਅਦ, ਮਤਲਬ ਜਦੋਂ 3 ਤਰੀਕ ਸ਼ੁਰੂ ਹੋ ਗਈ, ਉਸ ਦਿਨ ਤੋਂ ਫੌਜ ਦੇ ਹਵਾਲੇ ਕਰਤਾ, ਔਰ ਉਸ ਦਿਨ ਤੋਂ ਹੀ ਫੌਜ ਨੇ ਘੇਰਾਬੰਦੀ ਜਿਹੜੀ ਸ਼ੁਰੂ ਕਰਤੀ ਸੀ। 4 ਤਰੀਕ ਨੂੰ ਤਾਂ ਫੌਜ ਨੇ ਐਂਟਰ ਕਰਤੀ, ਲੇਕਿਨ ਅੰਦਰੋਂ ਰੈਜ਼ਿਸਟੈਂਸ ਇੰਨੀ ਸੀ, ਜੁਝਾਰੂ ਸਿੰਘਾਂ ਨੇ ਐਡੀ ਤਾਕਤ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ, ਇੰਨੀ ਹਿੰਮਤ ਨਾਲ, ਜੁਰਤ ਨਾਲ ਮੁਕਾਬਲਾ ਕੀਤਾ ਕਿ ਉਹ ਜਿਹੜਾ ਸੋਚਦੇ ਸਨ ਵੀ ਕੁਝ ਘੰਟਿਆਂ ਦੇ ਵਿੱਚ ਅਸੀਂ ਫਤਿਹ ਕਰਕੇ ਤੇ ਕੰਮ ਮੁਕਾ ਦਿਆਂਗੇ, ਉਹ ਉਹਨਾਂ ਨੂੰ 3 ਦਿਨ ਉੱਥੇ ਸੰਘਰਸ਼ ਕਰਨਾ ਪਿਆ। ਭਾਰਤ ਦੀ ਫੌਜ ਨੂੰ ਸਾਰੀ ਨੂੰ ਜਿਹੜਾ, ਸ਼ਾਇਦ ਤੁਹਾਨੂੰ ਪਤਾ ਕਿ ਨਹੀਂ, ਉੱਥੇ 6 ਰੈਜੀਮੈਂਟ ਲੱਗੀਆਂ ਸਨ। 6 ਰੈਜੀਮੈਂਟ ਸਨ ਜਿਨ੍ਹਾਂ ਨੇ ਘੇਰਾ ਪਾਇਆ ਸੀ ਦਰਬਾਰ ਸਾਹਿਬ ਨੂੰ, ਔਰ 6 ਰੈਜੀਮੈਂਟ ਦਾ ਮੁਕਾਬਲਾ ਕਰਨ ਵਾਲੇ ਜਿਹੜੇ ਨੇ ਉਹ 150-200 ਦੇ ਵਿਚਕਾਰ ਜੁਝਾਰੂ ਸਿੰਘ ਸਨ, ਜਿਨ੍ਹਾਂ ਨੇ ਮੁਕਾਬਲਾ ਕੀਤਾ, ਬੜੀ ਜੁਰਤ ਨਾਲ ਕੀਤਾ। 3 ਦਿਨ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਅਸੀਂ 6 ਤਰੀਕ ਨੂੰ ਇਸ ਕਰਕੇ ਆਮ ਤੌਰ 'ਤੇ ਮਨਾਉਂਦੇ ਹਾਂ ਕਿਉਂਕਿ 6 ਤਰੀਕ ਨੂੰ ਭਾਈ ਜਰਨੈਲ ਸਿੰਘ ਖਾਲਸਾ ਅਤੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ, ਉਹਨਾਂ ਦੇ ਸਾਥੀ ਜਿਹੜੇ ਨੇ, ਉਹ ਸ਼ਹੀਦ ਹੋ ਗਏ। ਇਸ ਕਰਕੇ 6 ਜੂਨ ਨੂੰ ਯਾਦ ਕੀਤਾ ਜਾਂਦਾ ਹੈ। ਲੇਕਿਨ ਇਹ ਹਫ਼ਤਾ ਹੀ ਜਿਹੜਾ ਨਾ, ਇਹ ਘੱਲੂਘਾਰਾ ਸਪਤਾਹ ਹੈ, 1 ਜੂਨ ਤੋਂ ਲੈ ਕੇ 7 ਜੂਨ ਤੱਕ, ਕਿਉਂਕਿ 7 ਜੂਨ ਨੂੰ ਫੌਜ ਨੇ ਅੰਦਰ ਜਿਹੜਾ ਸਾਰਾ ਉਹ ਕਬਜ਼ਾ ਕਰ ਲਿਆ ਸੀ। ਇਹ ਸਾਰਾ ਘੱਲੂਘਾਰਾ ਸਪਤਾਹ ਹੀ ਹੈ। ਔਰ ਮੇਰਾ ਸਵਾਲ ਹੈ ਕਿ ਲੀਡਰਾਂ ਦੀ ਆਪਾਂ ਜਦੋਂ ਗੱਲ ਕਰਨੇ ਆ, ਇੱਕ ਸਹੀ ਲੀਡਰ ਜਿਹੜਾ ਹੈਗਾ, ਜਦੋਂ ਕੋਈ ਕਿਸੇ ਵੀ ਜਮਾਤ ਦੀ ਨੁਮਾਇੰਦਗੀ ਕਰਦਾ ਤਾਂ ਉਸ ਦਾ ਫਰਜ਼ ਬਣਦਾ ਕਿ ਉਹ ਸਹੀ ਦਿਸ਼ਾ ਵੱਲ ਲੈ ਕੇ ਜਾਵੇ, ਆਪਣੀ ਕੌਮ ਨੂੰ ਸਹੀ ਰਾਹ ਪਾਵੇ। ਤੇ ਤੁਹਾਨੂੰ ਲੱਗਦਾ ਕਿ 36 ਸਾਲ ਬੀਤ ਜਾਣ ਪਿੱਛੋਂ ਵੀ ਫਿਰ ਕੋਈ ਇੱਕ ਲੀਡਰ ਮਿਲਿਆ, ਤੁਹਾਡੀ ਨਜ਼ਰ 'ਚ ਕੋਈ ਲੀਡਰ ਹੈਗਾ ਜੋ ਕਿ ਲੀਡਰ ਮਿਲਿਆ ਹੁਣ ਤੱਕ? ਦੇਖੋ, ਗੱਲ ਇਹ ਹੈ, ਜੇ ਤਾਂ ਅਸੀਂ ਕਿਹਾ ਜਾਵੇ ਵੀ ਜਿਸ ਲਾਈਨ ਦੇ ਉੱਤੇ ਭਾਈ ਜਰਨੈਲ ਸਿੰਘ ਚੱਲ ਰਹੇ ਸਨ,
ਉਸ ਲਾਈਨ ਦਾ ਲੀਡਰ ਤੇ ਮੁੜ ਕੇ ਮਿਲਿਆ ਨਹੀਂ, ਉਹ ਤੇ ਉਹਨਾਂ ਦੇ ਨਾਲ ਸਮਾਪਤੀ ਹੋ ਗਈ। ਉਹਦੇ ਬਾਅਦ ਬਹੁਤ ਸਾਰਾ, ਬਲਕਿ ਕਿਉਂਕਿ ਦਰਬਾਰ ਸਾਹਿਬ ਦੇ ਹਮਲੇ ਦੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਸਿੱਖ ਸਾਈਕੀ ਦੇ ਉੱਤੇ ਨੇ ਇੰਨਾ ਬੜਾ ਪ੍ਰਭਾਵ ਪਾਇਆ ਕਿ ਅੱਜ 36 ਸਾਲ ਬੀਤਣ ਤੋਂ ਬਾਅਦ ਵੀ ਉਹ ਦਰਦ ਜਿਹੜਾ ਹਰ ਸਿੱਖ ਮਹਿਸੂਸ ਕਰਦਾ। ਸਰਕਾਰ ਨੂੰ ਅੱਜ ਵੀ ਪਾਬੰਦੀਆਂ ਲਾਉਣੀਆਂ ਪੈਂਦੀਆਂ ਨੇ ਵੀ ਇਹਦੀ ਯਾਦ ਨਾ ਮਨਾਉਣ, ਕਿਉਂਕਿ ਸਿੱਖਾਂ ਦੇ ਹਿਰਦੇ 'ਚੋਂ ਯਾਦ ਜਿਹੜੀ ਹੈ ਵਸੀ ਹੋਈ ਹੈ, ਅਤੇ ਇਸ ਕਰਕੇ ਸਰਕਾਰ ਪਾਬੰਦੀਆਂ ਲਾਉਂਦੀ ਹੈ ਹਰ ਵਾਰੀ ਕਿ ਇਹ ਯਾਦ ਨਾ ਮਨਾਉਣ। ਸਿੱਖ ਸਾਈਕੀ ਨੂੰ ਬਹੁਤ ਬੁਰੀ ਤਰ੍ਹਾਂ ਇਫੈਕਟ ਕੀਤਾ ਇਹਨੇ। ਮੈਂ ਬਹੁਤ ਸਾਰੇ ਐਸੇ ਸਿੱਖਾਂ ਦੀਆਂ ਤੁਹਾਨੂੰ ਕਹਾਣੀਆਂ ਦੱਸ ਸਕਦਾ ਜਿਹਨੇ ਪਹਿਲਾਂ ਸ਼ਾਇਦ ਸਿੱਖੀ ਦੇ ਨੇੜੇ ਵੀ ਨਹੀਂ ਸਨ, ਲੇਕਿਨ ਇਹਦੇ ਬਾਅਦ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਬੜਾ ਵੱਡੀ ਚੇਂਜ ਆਈ। ਲੇਕਿਨ ਸਭ ਤੋਂ ਵੱਡੀ ਜਿਹੜੀ ਚੇਂਜ ਸੀ, ਸਿੱਖ ਨੌਜਵਾਨੀ ਨੇ ਸਿਰਫ ਇਹਦੇ ਨਾਲ ਹਾਰ ਨਹੀਂ ਮੰਨ ਲਈ, ਸਿੱਖ ਨੌਜਵਾਨੀ 'ਚ ਨਵਾਂ ਉਭਾਰ ਆਇਆ। ਉਹ ਨੌਜਵਾਨੀ ਦਾ ਜਿਹੜਾ ਉਭਾਰ ਸੀ, ਉਹਨੂੰ ਅਗਵਾਈ ਦੇਣ ਵਾਸਤੇ ਕੋਈ ਇੱਕ ਚੰਗਾ ਲੀਡਰ ਨਹੀਂ ਮਿਲ ਸਕਿਆ। ਪੋਲੀਟੀਕਲ ਲੀਡਰ ਪ੍ਰਕਾਸ਼ ਸਿੰਘ ਬਾਦਲ ਸੀ ਇੱਧਰ। ਪ੍ਰਕਾਸ਼ ਸਿੰਘ ਬਾਦਲ, ਉਹਦਾ ਸਵਾਰਥ ਸਿਰਫ ਪੋਲੀਟਿਕਸ ਤੱਕ ਸੀਮਤ ਹੈ, ਔਰ ਪੋਲੀਟਿਕਸ ਵੀ ਉਹਦੀ ਪਰਿਵਾਰਕ ਪੋਲੀਟਿਕਸ ਹੈ। ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ, ਉਹਦਾ ਪੁੱਤਰ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਨਾਲੇ ਅਕਾਲੀ ਦਲ ਦਾ ਪ੍ਰਧਾਨ। ਸੁਖਬੀਰ ਸਿੰਘ ਬਾਦਲ ਦੀ ਬੀਵੀ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਮੰਤਰੀ ਹਰਸਿਮਰਨ ਕੌਰ ਬਾਦਲ। ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਹੜਾ ਉਹ ਪਿਛਲੀ ਅਕਾਲੀ ਸਰਕਾਰ ਦੇ ਵਿੱਚ ਮਜੀਠੀਆ ਇੱਥੇ ਮਿਨਿਸਟਰ ਸੀ। ਇਹ ਸਾਰਾ ਪਰਿਵਾਰਵਾਦ ਹੀ ਹੈ ਉਹਨਾਂ ਦਾ। ਉਹਨਾਂ ਦਾ ਸਵਾਰਥ ਜਿਹੜਾ ਪਰਿਵਾਰ ਤੱਕ ਹੈ, ਉਹ ਪਰਿਵਾਰ ਤੋਂ ਅੱਗੇ ਵੇਖਦੇ ਹੀ ਨਹੀਂ। ਉਹਨਾਂ ਨੇ ਆਪਣੇ ਹਿੱਤਾਂ ਵਾਸਤੇ ਸਦਾ ਸਿੱਖ ਕੌਮ ਦੇ ਹਿੱਤ ਵੇਚੇ ਨੇ। ਲੀਡਰ ਦੇ ਤੌਰ 'ਤੇ ਤਾਂ ਲੀਡਰ ਬਣੇ ਹੀ ਰਹੇ ਨੇ, ਮੁੱਖ ਮੰਤਰੀ ਬਣਦੇ ਰਹੇ ਨੇ, ਇੰਨੀ ਵਾਰੀ ਮੁੱਖ ਮੰਤਰੀ ਬਣੇ ਰਹਿਣਾ ਜੀ। ਹੁਣ ਵੀ ਤਾਂ ਪਿਛਲੀ ਵਾਰੀ ਉਹੀ ਮੁੱਖ ਮੰਤਰੀ ਸਨ, ਅਤੇ ਕੌਮ ਵੋਟ ਵੀ ਪਾਉਂਦੀ ਰਹੀ ਹੈ। ਪੰਥ ਦੇ ਨਾਂ ਦੇ ਉੱਤੇ ਵੋਟ ਮਿਲਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਇਹਨਾਂ ਦਾ ਕਬਜ਼ਾ ਹੈ, ਔਰ ਸਿੱਖ ਸਾਈਕੀ ਦੇ ਵਿੱਚ ਇਹ ਵੜਿਆ ਹੋਇਆ ਵੀ ਜਿਹੜਾ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੈ ਉਹ ਪੰਥ ਹੈ, ਅਤੇ ਪੰਥ ਦੇ ਨਾਂ 'ਤੇ ਇਹਨਾਂ ਨੂੰ ਵੋਟ ਮਿਲਦੇ ਨੇ। ਲੇਕਿਨ ਇਹਨਾਂ ਨੇ ਸਿੱਖ ਕੌਮ ਦਾ ਨੁਕਸਾਨ ਬਹੁਤ ਕੀਤਾ। ਇਹਨਾਂ ਨੇ ਜੇ ਕਹੀਏ ਵੀ ਜਿਹੜੇ ਉਭਾਰ ਆਇਆ ਸੀ ਸਿੱਖੀ ਦੇ ਵਿੱਚ ਜੂਨ 84 ਦੇ ਬਾਅਦ, ਉਹਨੂੰ ਕੋਈ ਚੰਗਾ ਮੋੜ ਦਿੰਦੇ। ਇਹਨਾਂ ਨੇ ਸਿੱਖਾਂ ਦਾ ਜਜ਼ਬਾ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਜਿਹੜੇ ਜੁਝਾਰੂ ਸਿੰਘ ਲੱਗੇ ਹੋਏ ਸਨ ਉਹਨਾਂ ਨੂੰ ਕੋਈ ਇੱਕ ਚੰਗਾ ਲੀਡਰ ਨਹੀਂ ਮਿਲ ਸਕਿਆ। ਉਹ ਸਮੇਂ ਦੇ ਨਾਲ ਆਪਣਾ ਰੋਲ ਪਲੇ ਕਰਕੇ ਜਿਹੜਾ ਉਹ ਖ਼ਤਮ ਹੋ ਗਿਆ। ਤੁਸੀਂ ਪੰਥ ਦੀ ਗੱਲ ਕੀਤੀ ਹੈ ਵੀ ਪ੍ਰਕਾਸ਼ ਸਿੰਘ ਬਾਦਲ ਇੰਨੀ ਵਾਰ ਲੀਡਰ ਬਣੇ ਦੇ, ਫਿਰ ਜਦੋਂ ਵੋਟਾਂ ਪੈਂਦੀਆਂ ਨੇ, ਇਲੈਕਸ਼ਨ ਆਉਂਦੇ ਨੇ, ਆਪਾਂ ਸਾਰੀ ਸਿਆਸੀ ਪਾਰਟੀਆਂ ਦੀ ਜੇ ਗੱਲ ਕਰੀਏ ਉਸ ਵਿੱਚ ਕਹਿੰਦੇ ਵੀ ਨੇ ਕਿ ਅਸੀਂ ਹਮਦਰਦੀ ਰੱਖਦੇ ਹਾਂ ਸਿੱਖ ਕੌਮ ਦੇ ਨਾਲ, ਹਮਾਇਤੀ ਅਸੀਂ ਸਿੱਖ ਕੌਮ ਦੇ। ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫਿਰ ਜਦੋਂ ਇਲੈਕਸ਼ਨ ਹੁੰਦੇ ਨੇ ਫਿਰ ਇਹ ਲੋਕ ਕਿਉਂ ਨਹੀਂ ਸਮਝਦੇ, ਇਹ ਫਿਰ ਲੋਕ ਸਵਾਲ ਕਿਉਂ ਨਹੀਂ ਕਰਦੇ, ਇਹ ਲੋਕ ਜਾ ਕੇ ਵੋਟਾਂ ਵੇਲੇ ਕਿਉਂ ਨਹੀਂ ਇਸ ਚੀਜ਼ ਬਾਰੇ ਸੋਚਦੇ ਕਿ ਸਾਨੂੰ ਲੀਡਰ ਨੇ ਆਹ ਗੱਲ ਕਹੀ ਸੀ ਜਾਂ ਇਹ ਲੀਡਰ ਇਹੋ ਜਿਹਾ ਹੈਗਾ। ਫਿਰ ਕਮੀ ਕਿੱਥੇ ਰਹਿ ਜਾਂਦੀ ਹੈ? ਜਾਂ ਆਪਾਂ ਕਹਿ ਦਈਏ ਕਿ ਲੋਕ ਜਦੋਂ ਵੋਟ ਪਾਉਂਦੇ ਨੇ ਉਹ ਸਿਰਫ ਵੋਟ ਭਾਵੁਕ ਹੋ ਕੇ ਪਾਉਂਦੇ ਨੇ, ਜਾਂ ਆਪਾਂ ਕਹਿ ਦਈਏ ਕਿ ਜੇ ਆਪਣੀ ਸ਼੍ਰੋਮਣੀ ਅਕਾਲੀ ਦਲ ਕਮੇਟੀ ਬਣੀ ਹੋਈ ਹੈ ਉਸ ਨਾਲ ਤੇ ਵੋਟ ਪਾਉਂਦੇ ਨੇ ਲੋਕੀ? ਨਹੀਂ, ਉਹਦੇ ਦੋ ਤਿੰਨ ਕਾਰਨ ਨੇ ਜਿਹੜੇ ਤੁਹਾਨੂੰ ਸਮਝਣੇ ਪੈਣਗੇ। ਇੱਕ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਜੁੰਡਲੀ ਹੈ ਉਹਦੇ ਖਿਲਾਫ ਕੋਈ ਯੂਨਾਈਟਿਡ ਲੀਡਰਸ਼ਿਪ ਨਹੀਂ ਉੱਭਰ ਸਕੀ। ਹੁਣ ਬੜੇ ਧੜੇ ਨੇ, ਆਪਾਂ ਗਿਣਤੀ ਕਰਨ ਲੱਗਾਂਗੇ ਤਾਂ ਮੇਰੇ ਖਿਆਲ 20 ਧੜੇ ਨਿਕਲ ਆਉਣਗੇ, ਲੇਕਿਨ ਹਰ ਕਿਸੇ ਦੀ ਸੀਮਤ ਜੀ ਜਿਹੜੀ ਹੈ ਉਹ ਤਾਕਤ ਹੈ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਇਲੈਕਸ਼ਨ ਦੇ ਟਾਈਮ ਦੇ ਉੱਤੇ ਲੋਕ ਇਕੱਠੇ ਹੋ ਜਾਂਦੇ ਨੇ, ਅਤੇ ਉਹ ਸਿੱਖ ਸਾਈਕੀ ਨੂੰ ਟੱਚ ਨਹੀਂ ਕਰਦਾ। ਉਹ ਸੋਚਦੇ ਨੇ ਕਿ ਇਹ ਹੁਣ ਸਿਰਫ ਇਲੈਕਸ਼ਨ ਦੇ ਮਕਸਦ ਵਾਸਤੇ ਇਕੱਠੇ ਹੋਏ ਨੇ। ਐਸਾ ਕੋਈ ਲੀਡਰ ਨਹੀਂ ਮਿਲ ਸਕਿਆ ਜਿਹੜਾ ਕੰਟੀਨਿਊਸਲੀ ਇਲੈਕਸ਼ਨ ਨੂੰ ਭੁੱਲ ਕੇ ਕੌਮ ਦੀ ਸੇਵਾ ਦੇ ਵਿੱਚ ਲੱਗ ਜਾਏ। ਦੂਸਰਾ, ਉਸ ਤੋਂ ਜਿਹੜੀ ਬਹੁਤ ਵੱਡੀ ਫੈਕਟਰ ਹੈ ਉਹ ਹੈ ਸਟੇਟ ਪਾਵਰ। ਪ੍ਰਕਾਸ਼ ਸਿੰਘ ਬਾਦਲ ਭਾਵੇਂ ਕਾਂਗਰਸ ਸਰਕਾਰ ਹੋਵੇ ਕੇਂਦਰ ਦੇ ਵਿੱਚ ਅਤੇ ਭਾਵੇਂ BJP ਦੀ ਸਰਕਾਰ ਹੋਵੇ, ਦੋਨਾਂ ਨੂੰ ਸੂਟ ਕਰਦਾ, ਕਿਉਂਕਿ ਉਹ ਦੋਨੋਂ ਸਮਝਦੇ ਨੇ ਵੀ ਸਿੱਖ ਹਿੱਤਾਂ ਨੂੰ ਜਿੰਨਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਪਹੁੰਚਾ ਸਕਦਾ, ਜਿਵੇਂ ਅਸੀਂ ਚਾਹੁੰਦੇ ਹਾਂ ਵੀ ਸਿੱਖ ਕੌਮ ਨੂੰ ਇਹ ਚਲਾਵੇ, ਉਂਝ ਹੀ ਇਹ ਚਲਾ ਸਕਦਾ, ਉਹ ਉਹਦੀ ਪੂਰੀ ਸਪੋਰਟ ਕਰਦੇ ਨੇ। ਔਰ ਇਲੈਕਸ਼ਨ ਦੇ ਵਿੱਚ ਸਟੇਟ ਪਾਵਰ ਜਿਹੜੀ ਹੈ ਬੜਾ ਵੱਡਾ ਰੋਲ ਪਲੇ ਕਰਦੀ ਹੈ, ਭਾਵੇਂ ਸਾਨੂੰ ਵਿਜ਼ੀਬਲੀ ਨਾ ਨਜ਼ਰ ਆਵੇ, ਲੇਕਿਨ ਵਿਜ਼ੀਬਲੀ ਜਿਹੜੀ ਅਨਵਿਜ਼ੀਬਲੀ ਜਿਹੜਾ ਉਹ ਬੜਾ ਵੱਡਾ ਰੋਲ ਪਲੇ ਕਰਦੀ ਹੈ। ਇੱਕ ਤੀਸਰਾ ਕੰਮ ਜਿਹੜਾ ਗੱਲ ਜਿਹੜੀ ਹੈ ਨਾ, ਉਹ ਮੈਂ ਤੁਹਾਡੀ ਹੁਣੇ ਜਿਹੜੀ ਤੁਹਾਨੂੰ ਕਹੀ ਕਿ ਇੱਕ ਪ੍ਰਭਾਵ ਸਿੱਖ ਮਾਨਸਿਕਤਾ ਉੱਤੇ ਪਿਆ ਹੋਇਆ ਕਿ ਅਕਾਲੀ ਦਲ ਜਿਹੜਾ ਪੰਥ ਹੈ, ਔਰ ਖ਼ਾਸ ਤੌਰ 'ਤੇ ਹੁਣ ਕਈ ਦੂਜੇ ਵੀ ਅਕਾਲੀ ਦਲ ਆਪਣਾ ਨਾਂ ਰੱਖ ਲੈਂਦੇ ਨੇ, ਅਕਾਲੀ ਦਲ ਮਾਨ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ 1920, ਬਥੇਰੇ ਅਕਾਲੀ ਦਲ ਬਣਦੇ ਨੇ। ਲੇਕਿਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ SGPC ਦੇ ਉੱਤੇ, ਉਹਦੀ ਵਜ੍ਹਾ ਕਰਕੇ ਪੰਥ ਦੇ ਤੌਰ 'ਤੇ ਮਾਨਤਾ ਇਹਨਾਂ ਨੂੰ ਮਿਲਦੀ ਹੈ,
ਤੇ ਪੰਥ ਦੇ ਨਾਂ ਦੇ ਉੱਤੇ ਵੋਟ ਮਿਲਦੇ ਨੇ। ਨਹੀਂ ਫਿਰ ਲੋਕ ਸਵਾਲ ਪੁੱਛਣਗੇ ਵੀ ਜਾਂ ਫਿਰ ਇਦਾਂ ਹੀ ਚੱਲਦਾ ਰਹੂਗਾ ਸਿਲਸਿਲਾ? ਜੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਜੀਤ ਸਿੰਘ ਤੁਸੀਂ ਕਹਿ ਦਿਓ ਕਿ ਵੋਟ ਮਿਲਦੀ ਹੈ, ਫਿਰ ਲੋਕੀ ਸਵਾਲ ਕਿਉਂ ਨਹੀਂ ਕਰਦੇ ਕਿ ਸਾਰੀ ਜ਼ਿੰਦਗੀ ਇਦਾਂ ਹੀ ਚੱਲਦਾ ਰਹੂਗਾ? ਫਿਰ ਲੋਕਾਂ ਦੀ ਮਾਨਸਿਕਤਾ ਉੱਥੇ ਤੱਕ ਹੈਗੀ ਹੈ, ਫਿਰ ਆਪਣੇ ਬੱਚੇ ਨੂੰ ਕੀ ਦੇ ਦੇਣ ਅੱਗੇ ਜਾ ਕੇ, ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਦੇਣੇ? ਨਹੀਂ, ਹੁਣ ਬੜਾ ਵੱਡਾ ਫਰਕ ਪਿਆ। ਅਸਲ ਦੇ ਵਿੱਚ ਪਹਿਲਾਂ ਜਿੰਨੀਆਂ ਗੇਮਸ ਹੁੰਦੀਆਂ ਰਹੀਆਂ ਉਹਨਾਂ ਨੂੰ ਸਿਆਸੀ ਨਾਂ ਦਿੱਤੇ ਗਏ। ਪ੍ਰਕਾਸ਼ ਸਿੰਘ ਬਾਦਲ ਕੋਲ ਇੱਕ ਬੜਾ ਵੱਡਾ ਹਥਿਆਰ ਸੀ, ਜਿਵੇਂ ਜੂਨ 84 ਵਾਲਾ ਘੱਲੂਘਾਰਾ ਹੋਇਆ, ਉਹਦੇ ਬਾਅਦ ਕੋਲ ਇੱਕ ਹਥਿਆਰ ਆ ਗਿਆ ਕਿ ਜੀ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ। ਇਹਦੇ ਸ਼ੱਕ ਕੋਈ ਨਹੀਂ, ਮੈਂ ਨਹੀਂ ਕਹਿੰਦਾ ਕਾਂਗਰਸ ਦੁਸ਼ਮਣ ਨਹੀਂ, ਲੇਕਿਨ ਜੇ ਕਹੀਏ ਕਿ ਦੂਜੇ ਦੋਸਤ ਨੇ, ਬੀਜੇਪੀ ਵਾਲੇ ਦੋਸਤ ਨੇ, ਤੇ ਇੱਕ ਸੱਪ ਹੈ ਤੇ ਬਿੱਛੂ ਹੈ, ਉਹ ਫਰਕ ਕੋਈ ਨਹੀਂ, ਸਿੱਖਾਂ ਵਾਸਤੇ ਕੋਈ ਫਰਕ ਨਹੀਂ। ਲੇਕਿਨ ਇਹ ਉਸ ਚੀਜ਼ ਦਾ ਫਾਇਦਾ ਜਿਹੜਾ ਉਹ ਚੁੱਕਦੇ ਰਹੇ। ਲੇਕਿਨ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਰਗਾੜੀ ਕਾਂਡ ਹੋਇਆ, ਉਹਦੇ ਬਾਅਦ ਸਿੱਖਾਂ ਨੂੰ ਪਤਾ ਲੱਗਾ, ਸੱਚਾਈ ਪਤਾ ਲੱਗੀ ਕਿ ਇਹ ਲੋਕ ਇਸ ਹੱਦ 'ਤੇ ਵੀ ਜਾ ਸਕਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦੇਣ ਆਪਣੇ ਸਿਆਸਤ ਵਾਸਤੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਕਾਂਡ ਹੋਇਆ ਨਾ, ਇਹਨੂੰ ਤੁਸੀਂ ਇਕੱਲੇ ਨਹੀਂ ਵੇਖ ਸਕਦੇ। ਉਸ ਤੋਂ ਪਹਿਲਾਂ ਕੌਮ ਦੇ ਵਿੱਚ ਬੜਾ ਵੱਡਾ ਭੁਚਾਲ ਆਇਆ ਸੀ। ਉਹ ਭੁਚਾਲ ਕੀ ਆਇਆ ਸੀ ਕਿ ਜਥੇਦਾਰ ਅਕਾਲ ਤਖਤ ਨੇ, ਜਿਹਨੂੰ ਅਸੀਂ ਜਥੇਦਾਰ ਅਕਾਲ ਤਖਤ ਕਹਿੰਦੇ ਹਾਂ, ਮੈਂ ਨਹੀਂ ਮੰਨਦਾ, ਮਾਫ਼ ਕਰਨਾ, ਲੇਕਿਨ ਉਹਨੇ ਸਰਸੇ ਵਾਲਾ ਜਿਹੜਾ ਸਾਧ ਹੈ ਰਾਮ ਰਹੀਮ, ਗੁਰਮੀਤ ਸਿੰਘ ਰਾਮ ਰਹੀਮ, ਉਹਨੂੰ ਮਾफ़ ਕਰਤਾ। ਕੋਈ ਉਹ ਪੇਸ਼ ਨਹੀਂ ਹੋਇਆ ਅਕਾਲ ਤਖਤ 'ਤੇ, ਕੋਈ ਉਹਨੇ ਮਾफ़ੀ ਨਹੀਂ ਮੰਗੀ। ਇੱਕ ਫਰਜ਼ੀ ਚਿੱਠੀ ਬਣਾ ਕੇ ਉਹਦੇ ਗਰਾਊਂਡ ਦੇ ਉੱਤੇ ਸਿਰਫ ਇਹਨਾਂ ਨੂੰ ਪੋਲੀਟੀਕਲ ਫਾਇਦਾ ਦੇਣ ਵਾਸਤੇ ਅਕਾਲੀ ਦਲ ਨੂੰ ਉਹਨੂੰ ਮਾफ़ ਕਰਤਾ। ਉਹਨੂੰ ਮਾफ़ ਕਰਤਾ, ਸਿੱਖ ਕੌਮ ਦੇ ਵਿੱਚ ਜਿਹੜਾ ਉਹਦੇ ਵਿਰੋਧ ਦੇ ਵਿੱਚ ਉਭਾਰ ਆ ਗਿਆ। ਇਹ ਉਭਾਰ ਪਹਿਲੀ ਵਾਰੀ ਆਇਆ ਸੀ। ਇਹ ਚਾਹੁੰਦੇ ਸਨ ਵੀ ਕਿਸੇ ਤਰ੍ਹਾਂ ਉਸ ਉਭਾਰ ਨੂੰ ਖ਼ਤਮ ਕੀਤਾ ਜਾਏ। ਹੁਣ ਉਸ ਉਭਾਰ ਨੂੰ ਖ਼ਤਮ ਕਰਨ ਵਾਸਤੇ ਉਸ ਤੋਂ ਕੋਈ ਵੱਡਾ ਕੰਮ ਕਰਾਉਣ ਦੀ ਲੋੜ ਸੀ, ਜਿਹਦੇ ਨਾਲ ਲੋਕਾਂ ਦਾ ਧਿਆਨ ਉੱਧਰ ਚਲਾ ਜਾਏ, ਉਹ ਭੁੱਲ ਜਾਏ। ਹੁਣ ਉਹ ਭੁੱਲ ਗਏ ਨਾ। ਲੇਕਿਨ ਹੋਇਆ ਕੀ ਕਿ ਉਹ ਤਾਂ ਵੱਡਾ ਕੰਮ ਇਹਨਾਂ ਕਰਾਤਾ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਡਾਈਵਰਟ ਹੋ ਜਾਏ, ਲੇਕਿਨ ਉਹ ਬੈਕਫਾਇਰ ਕਰ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਇਸ ਹੱਦ ਤੱਕ ਜਾ ਸਕਦੇ ਨੇ। ਜਿਸ ਵੇਲੇ ਇਹਨਾਂ ਨੇ ਜਿਹੜੇ ਉਸ ਵਿਰੋਧ ਦੇ ਵਿੱਚ ਪ੍ਰੋਟੈਸਟ ਕਰ ਰਹੇ ਸਨ, ਉਹਨਾਂ 'ਤੇ ਗੋਲੀਆਂ ਚਲਵਾ ਦਿੱਤੀਆਂ, ਉਹਨਾਂ ਦੇ ਵਿੱਚੋਂ 2 ਨੌਜਵਾਨ ਸ਼ਹੀਦ ਕਰਾ ਦਿੱਤੇ। ਲੋਕਾਂ ਦਾ ਜਿਹੜਾ ਉਹ ਸੱਚਾਈ ਸਾਹਮਣੇ ਆ ਗਈ। ਉਹਦਾ ਨਤੀਜਾ ਹੁਣ ਲੋਕੀ ਸਵਾਲ ਕਰਨ 'ਤੇ ਉੱਠੇ ਨੇ। ਹੁਣ ਸਿਰਫ ਪ੍ਰਕਾਸ਼ ਸਿੰਘ ਬਾਦਲ ਕੋਲ ਐਡਵਾਂਟੇਜ ਇੱਕ ਹੈ। ਪਹਿਲਾਂ 2 ਵਾਰੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਦੇ ਵਿੱਚੋਂ ਮਾਈਨਸ ਕੀਤਾ ਜਾ ਚੁੱਕਾ, ਲੇਕਿਨ ਇੱਕ ਆਲਟਰਨੇਟ ਲੀਡਰਸ਼ਿਪ ਨਹੀਂ ਉੱਭਰ ਸਕੀ, ਜਿਹਦੀ ਵਜ੍ਹਾ ਕਰਕੇ ਉਹਨੂੰ ਫਿਰ ਮੌਕਾ ਮਿਲ ਜਾਂਦਾ। ਹੁਣ ਫਿਰ ਅੱਜ ਹਾਲਾਤ ਫਿਰ ਉਹੀ ਨੇ। ਹੁਣ 2 ਸਾਲ ਹੋ ਚੱਲੇ ਨੇ, ਕੈਪਟਨ ਦੀ ਸਰਕਾਰ ਬਣਿਆ ਤੇ ਕੋਈ ਆਲਟਰਨੇਟ ਲੀਡਰਸ਼ਿਪ ਤੇ ਨਹੀਂ ਉੱਭਰ ਸਕੀ। ਅਕਾਲੀ ਦਲ ਤਾਂ 3ਜੇ ਸਥਾਨ 'ਤੇ ਆ ਗਿਆ, ਦੂਜੇ 'ਤੇ ਵੀ ਨਹੀਂ ਰਿਹਾ। ਦੂਜੇ 'ਤੇ ਆਮ ਆਦਮੀ ਪਾਰਟੀ ਆ ਗਈ, ਜਿਹੜੀ ਹੁਣ ਨਵੀਂ ਪਾਰਟੀ ਇੱਕ ਆਈ ਸੀ, ਨਵੀਂ ਪੋਲੀਟੀਕਲ ਪਾਰਟੀ ਉੱਭਰੀ ਸੀ, ਜਿਹਦਾ ਪੰਜਾਬ 'ਚ ਕੋਈ ਆਧਾਰ ਹੀ ਨਹੀਂ ਸੀ, ਸਿੱਖਾਂ ਦੇ ਨਾਲ ਕੋਈ ਉਹਦਾ ਵਾਸਤਾ ਹੀ ਨਹੀਂ ਸੀ। ਲੇਕਿਨ ਉਹਨੂੰ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਰਿਜੈਕਟ ਕਰਨ ਦੇ ਵਾਸਤੇ ਸਿੱਖਾਂ ਨੇ ਉਹਨੂੰ ਐਕਸੈਪਟ ਕਰ ਲਿਆ, ਇਹਨੂੰ ਰਿਜੈਕਟ ਕਰਨ ਵਾਸਤੇ। ਅੱਜ ਹਾਲਾਤ ਬਿਲਕੁਲ ਬਦਲੇ ਹੋਏ ਨੇ। ਅਗਰ ਕੋਈ ਨਵੀਂ ਆਲਟਰਨੇਟ ਲੀਡਰਸ਼ਿਪ ਉੱਭਰੇ, ਜਿਹੜੀ ਕਿ ਮੈਨੂੰ ਪੂਰੀ ਆਸ ਹੈ ਉੱਭਰੇਗੀ, ਤੇ ਪ੍ਰਕਾਸ਼ ਸਿੰਘ ਬਾਦਲ ਦਾ ਭਵਿੱਖ ਸਿੱਖ ਕੌਮ ਦੇ ਵਿੱਚੋਂ ਜਿਹੜਾ ਉਹ ਖਤਮ ਹੋ ਚੁੱਕਾ ਹੈ। ਹੁਣ ਆਪਾਂ 1984 ਦੀ ਗੱਲ ਕਰੀਏ, ਜਿਸ ਤਰੀਕੇ ਨਾਲ ਮੈਂ ਸ਼ੁਰੂ ਵਿੱਚ ਹੀ ਗੱਲ ਜ਼ਿਕਰ ਕੀਤਾ ਕਿ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਿਚਕਾਰ ਜਿਹੜੇ ਮੈਸੇਂਜਰ ਸਨ, ਉਹਨਾਂ ਨੇ ਸਹੀ ਕੰਮ ਕੀਤਾ ਕਿ ਉਹਨਾਂ ਦੀ ਗੱਲ ਪੂਰੀ ਰੱਖੀ ਗਈ ਹੈ? ਤੁਸੀਂ ਜਿਸ ਤਰ੍ਹਾਂ ਪੋਲੇ ਦੇ ਲਫ਼ਜ਼ਾਂ 'ਚ ਪੁੱਛ ਰਹੇ ਹੋ ਨਾ, ਇਹ ਗੱਲ ਉਸ ਤਰ੍ਹਾਂ ਹੈ ਨਹੀਂ। ਇੰਦਰਾ ਗਾਂਧੀ ਬੜੀ ਡੀਪ ਪੋਲੀਟੀਸ਼ੀਅਨ ਸੀ। ਇੰਦਰਾ ਗਾਂਧੀ ਅਕਾਲੀਆਂ ਨਾਲ ਵੀ ਗੱਲ ਕਰ ਰਹੀ ਸੀ। ਇੰਦਰਾ ਗਾਂਧੀ ਭਿੰਡਰਾਂਵਾਲੇ ਵਾਲਿਆਂ ਨਾਲ ਵੀ ਗੱਲ ਕਰ ਰਹੀ ਸੀ। ਇੰਦਰਾ ਗਾਂਧੀ ਕਿਸੇ ਤੀਜੀ ਧਿਰ ਨਾਲ ਵੀ ਗੱਲ ਕਰ ਰਹੀ ਸੀ। ਇੱਥੇ ਇੰਦਰਾ ਗਾਂਧੀ ਨੇ ਉਸ ਸੰਘਰਸ਼ ਨੂੰ ਆਪਣੇ ਸਵਾਰਥ ਵਾਸਤੇ ਬੜੇ ਤਰੀਕੇ ਨਾਲ ਵਰਤਿਆ। ਆਮ ਤੌਰ 'ਤੇ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਮੈਂ ਕਹਿ ਦਿੰਦਾ। ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਕੀ ਉਹ ਅਵੋਇਡ ਕੀਤਾ ਜਾ ਸਕਦਾ ਸੀ ਕਿ ਘੱਲੂਘਾਰਾ ਨਾ ਹੁੰਦਾ? ਆਮ ਸਿੱਖ ਨੂੰ ਪੁੱਛੋਗੇ, ਉਹ ਕਹੇਗਾ ਹਾਂ ਜੀ, ਜੇ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ 'ਚੋਂ ਬਾਹਰ ਆ ਜਾਂਦੇ ਤੇ ਘੱਲੂਘਾਰਾ ਨਾ ਹੁੰਦਾ। ਮੈਂ ਨਹੀਂ ਮੰਨਦਾ, ਕਿਉਂਕਿ ਉਸ ਤੋਂ 1 ਸਾਲ ਪਹਿਲੇ ਚਕਰਾਤਾ ਵਾਲੇ ਸਥਾਨ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉੱਥੇ ਪ੍ਰੈਕਟਿਸ ਕੀਤੀ ਗਈ ਹਮਲਾ ਕਰਨ ਦੀ। ਇਹਦਾ ਮਤਲਬ ਤਿਆਰੀ ਤਾਂ ਪਹਿਲਾਂ ਹੀ ਹੋ ਰਹੀ ਸੀ, ਸਾਡੀ ਪਲੈਨਿੰਗ ਸੀ। 2
2 ਜੂਨ 1984 ਦੀ ਸ਼ਾਮ ਦਾ ਇੰਦਰਾ ਗਾਂਧੀ ਦਾ ਬ੍ਰੌਡਕਾਸਟ ਟੂ ਦਾ ਨੇਸ਼ਨ ਜਿਹੜਾ ਹੈ, ਉਹ ਅੱਜ ਵੀ ਕਿਤੇ ਰਿਕਾਰਡਡ ਮਿਲ ਜਾਏਗਾ, ਉਹ ਸੁਣੋ। ਉਹਦੇ ਵਿੱਚ ਇੰਜ ਲੱਗਦਾ ਹੈ ਕਿ ਇੰਦਰਾ ਗਾਂਧੀ ਨੇ ਬਿਲਕੁਲ ਸਿੱਖਾਂ ਦੀਆਂ ਮੰਗਾਂ ਮੰਨਣ ਦੀ ਤਿਆਰੀ ਕਰ ਲਈ ਹੈ। 2 ਜੂਨ ਸ਼ਾਮ ਨੂੰ 6-7 ਵਜੇ ਉਹਦਾ ਬ੍ਰੌਡਕਾਸਟ ਆਉਂਦਾ ਹੈ ਤੇ ਰਾਤੀ 12 ਵਜੇ ਫੌਜ ਦੇ ਹਵਾਲੇ ਕਰ ਦਿੰਦੀ ਹੈ ਪੰਜਾਬ ਨੂੰ। 3 ਤਰੀਕ ਨੂੰ ਸਵੇਰ ਨੂੰ ਫੌਜ ਦਰਬਾਰ ਸਾਹਿਬ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੰਦੀ ਹੈ। ਉਹ ਦਿਨ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਇਹਦਾ ਮਤਲਬ ਹੈ ਉਹ ਲੋਕਾਂ ਨੂੰ ਕੁਝ ਹੋਰ ਵਿਖਾ ਰਹੀ ਸੀ, ਦੇਸ਼ ਦੇ ਲੋਕਾਂ ਦੇ ਸਾਹਮਣੇ ਕੁਝ ਹੋਰ ਪਿਕਚਰ ਪੇਸ਼ ਕਰਨਾ ਚਾਹੁੰਦੀ ਸੀ। ਅਸਲ ਦੇ ਵਿੱਚ ਜਿਹੜੀ ਸਾਰੀ ਸਟੋਰੀ ਚੱਲਦੀ ਹੈ ਨਾ, ਇਹ 1977 ਤੋਂ ਚੱਲਦੀ ਹੈ। 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਉਹਦੇ ਬਾਅਦ ਕਾਂਗਰਸ ਦੀ ਇਹ ਪਾਲਿਸੀ ਰਹੀ ਵੀ ਸਾਰੀ ਮਾਈਨੋਰਿਟੀਜ਼ ਨੂੰ ਨਾਲ ਲਓ, ਉਹਨਾਂ ਦੇ ਵੋਟ ਇਨਕੈਸ਼ ਕਰ ਲਓ, ਦਲਿਤਾਂ ਦੇ ਵੋਟ ਲੈ ਲਓ, ਕੁਝ ਮੈਜੋਰਿਟੀ ਵੋਟ ਲੈ ਲਓ, ਤੁਸੀਂ ਰਾਜ ਕਰੀ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਲੇਕਿਨ 1977 ਦੇ ਵਿੱਚ ਆ ਕੇ ਪੋਲਰਾਈਜੇਸ਼ਨ ਹੋ ਗਈ। ਇੰਦਰਾ ਗਾਂਧੀ ਇਲੈਕਸ਼ਨ ਹਾਰ ਗਈ। ਐਮਰਜੈਂਸੀ ਦਾ ਦੌਰ ਚੱਲਿਆ, 75 ਤੋਂ ਲੈ ਕੇ ਐਮਰਜੈਂਸੀ ਦਾ ਦੌਰ ਚੱਲਿਆ। ਉਹਨੂੰ ਰਿਪੋਰਟਸ ਇਹ ਸਨ ਕਿ ਸਾਰੇ ਲੋਕ ਬੜੇ ਖੁਸ਼ ਨੇ, ਲੇਕਿਨ ਜਿਸ ਵੇਲੇ ਐਮਰਜੈਂਸੀ ਹਟਾਈ ਗਈ ਤੇ ਇੱਕਦਮ ਹਵਾ ਜਿਹੜੀ ਹੈ ਬਦਲ ਗਈ। ਉਹ ਜਿਹੜੀ ਪੋਲਰਾਈਜੇਸ਼ਨ ਹੋਈ, ਉਹਦੇ ਬਾਅਦ ਉਹਦਾ ਹਾਰਨਾ ਯਕੀਨੀ ਹੋ ਗਿਆ। ਇੱਥੋਂ ਤੱਕ ਕਿ ਆਪ ਵੀ ਹਾਰ ਗਈ, ਆਪਣੀ ਸੀਟ ਵੀ ਹਾਰ ਗਈ, ਆਪਣੀ ਸੀਟ ਨਹੀਂ ਬਚਾ ਸਕੀ। ਹੁਣ ਜਨਤਾ ਪਾਰਟੀ ਕਿਉਂਕਿ ਕਈਆਂ ਦੀ ਰਲ ਕੇ ਖਿਚੜੀ ਬਣੀ ਸੀ, ਉਹ ਰਲ ਮਿਲ ਨਹੀਂ ਸਕੀ। ਉਹ 2-2.5-3 ਸਾਲ ਦੇ ਵਿੱਚ ਜਿਹੜਾ ਉਹਨਾਂ ਦਾ ਰਾਜ ਸੱਤਾ ਜਿਹੜੀ ਹੈ ਖਤਮ ਹੋ ਗਈ। ਇੰਦਰਾ ਗਾਂਧੀ ਨੂੰ ਮੁੜ ਕੇ ਰਾਜ 'ਤੇ ਆਉਣ ਦਾ ਮੌਕਾ ਮਿਲ ਗਿਆ। ਉਦੋਂ ਇੰਦਰਾ ਗਾਂਧੀ ਨੇ ਇੱਕ ਗੱਲ ਸੋਚ ਲਈ ਸੀ, ਪਲਾਨ ਕਰ ਲਿਆ ਸੀ ਕਿ ਜੇ ਭਾਰਤ ਦੇ ਉੱਤੇ ਰਾਜ ਕਰਨਾ ਹੈ ਤੇ ਮੈਜੋਰਿਟੀ ਕਮਿਊਨਿਟੀ ਦੀ ਵੋਟ ਚਾਹੀਦੀ ਹੈ। ਉਹ ਮੈਜੋਰਿਟੀ ਕਮਿਊਨਿਟੀ ਦੀ ਵੋਟ ਲੈਣ ਦੇ ਵਾਸਤੇ ਇੱਕ ਵਿਲਨ ਚਾਹੀਦਾ ਸੀ, ਜਿਹਨੂੰ ਹਿੰਦੂਆਂ ਦਾ ਦੁਸ਼ਮਣ ਦਿਖਾਇਆ ਜਾ ਸਕੇ। ਉਹ ਸਿੱਖਾਂ ਨੂੰ ਬਣਾਇਆ ਗਿਆ। ਉਹਦੇ ਵਾਸਤੇ ਜਿਹੜਾ ਪੰਜਾਬ ਦਾ ਸੰਘਰਸ਼ ਚੱਲ ਰਿਹਾ ਸੀ, ਜਿਹਦੀ ਅਗਵਾਈ ਭਾਈ ਜਰਨੈਲ ਸਿੰਘ ਖਾਲਸਾ ਕਰ ਰਹੇ ਸਨ, ਉਹਨੂੰ ਉਹਨੇ ਪੂਰਾ ਇਸਤੇਮਾਲ ਕੀਤਾ। ਮੇਰਾ ਬਿਲਕੁਲ ਕਹਿਣ ਦਾ ਇਹ ਮਤਲਬ ਨਹੀਂ ਕਿ ਭਾਈ ਜਰਨੈਲ ਸਿੰਘ ਖਾਲਸਾ ਉਹਨਾਂ ਨਾਲ ਮਿਲੇ ਹੋਏ ਸਨ। ਭਾਈ ਜਰਨੈਲ ਸਿੰਘ ਖਾਲਸਾ ਇੱਕ ਪਾਵਕ ਲੀਡਰ ਸਨ ਔਰ ਇਮਾਨਦਾਰੀ ਦੇ ਨਾਲ ਲੱਗੇ ਹੋਏ ਸਨ। ਮੈਂ ਉਹਨਾਂ ਦੀ ਸੂਝ ਬਾਰੇ ਕੁਝ ਕਹਿ ਸਕਣਾ ਕਿ ਦੂਰਦਰਸ਼ੀ ਨਹੀਂ ਸਨ ਬਹੁਤ। ਇੱਕ ਸੁਲਝੇ ਹੋਏ ਲੀਡਰ ਹੁੰਦਾ ਜਿਹੜਾ ਆਉਣ ਵਾਲੇ ਸਮੇਂ ਨੂੰ ਵੇਖਦਾ ਵੀ ਜੋ ਮੈਂ ਕੁਝ ਕਰ ਰਿਹਾ ਤਾਂ ਕੌਮ 'ਤੇ ਆਉਣ ਵਾਲੇ ਸਮੇਂ 'ਚ ਕੀ ਭਵਿੱਖ ਹੋਏਗਾ। ਉਹ ਨਹੀਂ ਸਨ, ਲੇਕਿਨ ਇਮਾਨਦਾਰ ਔਰ ਭਾਵਕ ਲੀਡਰ ਸਨ। ਉਹ ਆਪਣੀ ਭਾਵਨਾ 'ਚ ਲੱਗੇ ਹੋਏ ਸਨ। ਉਹਨੇ ਜਿਹੜਾ ਉਸ ਹਾਲਾਤ ਨੂੰ ਆਪਣੇ ਹਿਸਾਬ ਨਾਲ ਐਕਸਪਲੋਇਟ ਕਰ ਲਿਆ ਔਰ ਆਹ ਮੱਧਭਾਗਾ ਦਿਨ ਜਿਹੜਾ ਜਿਹਦੀ ਉਹਨੇ ਤਿਆਰੀ ਸਾਲ ਤੋਂ ਪਹਿਲੇ ਸ਼ੁਰੂ ਕੀਤੀ ਹੋਈ ਸੀ, ਉਹ ਆ ਗਿਆ। ਹੁਣ ਗੱਲ ਕਰੀਏ ਲੀਡਰਾਂ ਦੀ, ਸਿੱਖ ਲੀਡਰਾਂ ਦੀ, ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ ਹੈ। ਉਸ ਸਮੇਂ ਜਿਹੜੇ ਲੀਡਰ ਬਾਕੀ ਹੈਗੇ ਸੀ, ਸਿਆਸਤੀ ਲੀਡਰ ਸੀ ਜਿਹੜੇ ਸਿੱਖ ਕੌਮ ਦੇ ਵਿੱਚ, ਉਹ ਉਸ ਸਮੇਂ ਕੀ ਕਰਦੇ ਸੀ? ਉਹ ਆਪਣਾ ਕੀ ਰੋਲ ਪਲੇ ਕਰਦੇ ਸੀ ਇੱਥੇ? ਨਹੀਂ, ਤੁਸੀਂ 1984 ਤੋਂ ਥੋੜ੍ਹਾ ਜਿਹਾ ਜੂਨ 84 ਤੋਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ। ਪਹਿਲਾਂ ਕਪੂਰੀ ਮੋਰਚਾ ਲੱਗਦਾ। ਕਪੂਰੀ ਮੋਰਚਾ ਲੱਗਾ ਸੀ ਪਾਣੀਆਂ ਦੇ ਵਾਸਤੇ। ਕਪੂਰੀ ਮੋਰਚੇ ਨੂੰ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਮਿਲਿਆ। ਇੱਧਰ ਭਾਈ ਜਰਨੈਲ ਸਿੰਘ ਹੋਰਾਂ ਦਾ ਆਪਣਾ ਸੰਘਰਸ਼ ਜਿਹੜਾ ਚੱਲ ਰਿਹਾ ਸੀ। ਕਪੂਰੀ ਮੋਰਚੇ ਨੂੰ ਸ਼ਿਫਟ ਕਰਕੇ ਦਰਬਾਰ ਸਾਹਿਬ ਲੈ ਆਂਦਾ ਜਾਂਦਾ, ਮੰਜੀ ਸਾਹਿਬ ਅਕਾਲ ਤਖਤ 'ਤੇ ਸਮਝ ਲਓ। ਮੰਜੀ ਸਾਹਿਬ ਤੋਂ ਜਥੇ ਜਾਣੇ ਸ਼ੁਰੂ ਕਰਦੇ ਨੇ। ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ, ਇਹਨਾਂ ਦੇ ਨਾਵਾਂ ਨਾਲ, ਕਿਉਂਕਿ ਸੰਤ ਲਕਬ ਜਿਹੜਾ ਲੱਗਾ ਹੋਇਆ ਮੈਂ ਵਰਤ ਰਿਹਾ। ਮੈਂ ਨਹੀਂ ਕਿਸੇ ਨੂੰ ਸੰਤ ਮੰਨਦਾ, ਸੰਤ ਸਿਰਫ ਮੇਰਾ ਗੁਰੂ ਹੈ। ਗੁਰਬਾਣੀ ਦੇ ਵਿੱਚ ਜਿਹੜਾ ਸੰਤ ਲਫ਼ਜ਼ ਆਉਂਦਾ ਨਾ, ਉਹ ਜਾਂ ਗੁਰੂ ਵਾਸਤੇ ਆਉਂਦਾ ਜਾਂ ਅਕਾਲ ਪੁਰਖ ਵਾਸਤੇ ਆਉਂਦਾ। ਜਿੱਥੇ ਸਿੰਗੂਲਰ ਆਉਂਦਾ, ਜਿੱਥੇ ਬਹੁਵਚਨ ਆਉਂਦਾ, ਉੱਥੇ ਸੰਗਤ ਵਾਸਤੇ ਆਉਂਦਾ। ਲੇਕਿਨ ਕਿਉਂਕਿ ਲਕਬ ਲੱਗਾ ਹੋਇਆ ਮੈਂ ਤਾਂ ਇਸਤੇਮਾਲ ਕਰ ਰਿਹਾ। ਕੱਲ੍ਹ ਨੂੰ ਕੋਈ ਕਵੇ ਜੀ ਤੁਸੀਂ ਤਾਂ ਕਹਿ ਰਹੇ ਹੋ ਸੰਤ, ਨਾਲੇ ਤੁਸੀਂ ਕਹਿੰਦੇ ਹੋ ਮੈਂ ਨਹੀਂ ਮੰਨਦਾ। ਇਹ ਦੋਨੋਂ ਕੋਆਰਡੀਨੇਟਰ ਬਣੇ ਸਨ ਉਸ ਮੋਰਚੇ ਦੇ। ਲੇਕਿਨ ਹਰ ਦਿਨ ਜਿਹੜੀਆਂ ਸਪੀਚਿਸ ਹੁੰਦੀਆਂ ਸਨ, ਜਿਹੜੇ ਉੱਥੇ ਜਕਾਰੇ ਛੱਡੇ ਜਾਂਦੇ ਸਨ, ਉੱਥੇ ਭਾਈ ਜਰਨੈਲ ਸਿੰਘ ਭਾਰੀ ਪੈ ਰਹੇ ਸਨ, ਜਿਸ ਨਾਲ ਅਕਾਲੀ ਲੀਡਰਸ਼ਿਪ ਬੜੀ ਚਿੰਤਤ ਸੀ। ਸੱਚਾਈ ਇਹ ਹੈ ਕਿ ਅਕਾਲੀ ਚਾਹੁੰਦੇ ਸਨ ਵੀ ਕਿਸੇ ਤਰ੍ਹਾਂ ਜਰਨੈਲ ਸਿੰਘ ਕੋਲੋਂ ਸਾਡਾ ਕਿਹੜਾ ਛੁੱਟ ਜਾਏ। ਅੱਜ ਵੀ ਐਸੀਆਂ ਚਿੱਠੀਆਂ ਜ਼ਾਹਰ ਹੁੰਦੀਆਂ ਰਹਿੰਦੀਆਂ ਨੇ, ਕਿੰਨੀਆਂ ਸੱਚੀਆਂ ਨੇ ਕਿੰਨੀਆਂ ਨਹੀਂ ਮੈਂ ਨਹੀਂ ਜਾਣਦਾ, ਇਸ ਕਰਕੇ ਮੈਂ ਉਹਨਾਂ ਦਾ ਉਹ ਹਵਾਲਾ ਨਹੀਂ ਦੇ ਰਿਹਾ। ਲੇਕਿਨ ਇਹ ਗੱਲਾਂ ਅੱਜ ਤੱਕ ਚਲਦੀਆਂ ਰਹਿੰਦੀਆਂ ਨੇ ਕਿ ਅਕਾਲੀ ਇੰਦਰਾ ਗਾਂਧੀ ਦੇ ਪ੍ਰਾਈਵੇਟ ਸੈਕਟਰੀ ਦੇ ਰਾਹੀਂ ਉਹਦੇ ਕੰਟੈਕਟ ਦੇ ਵਿੱਚ ਸਨ ਔਰ ਇਹਨਾਂ ਦਾ ਹੱਥ ਸੀ ਇਹ ਘੱਲੂਘਾਰਾ ਕਰਾਉਣ ਦੇ ਵਿੱਚ। ਉਹਨਾਂ ਦਾ ਅਸਲੀ ਮਕਸਦ ਸਿਰਫ ਇੱਕੋ ਸੀ। ਇਹਨਾਂ ਦਾ ਇਹ ਖਿਆਲ ਸੀ ਕਿ ਫੌਜ ਆਈ ਤੇ ਜਰਨੈਲ ਸਿੰਘ ਨੇ ਡਰ ਕੇ ਭੱਜ ਜਾਣਾ। ਇਹਨਾਂ ਨੂੰ ਇਹ ਨਹੀਂ ਸੀ ਪਤਾ ਉਹ ਸਿਰੜੀ ਬੰਦਾ,
ਇਹਨਾਂ ਵਾਂਗੂ ਉਹ ਹਵਨ ਕੁੰਡ ਬਣਾ ਕੇ ਅਕਾਲ ਤਖਤ ਦੇ ਉੱਤੇ ਵੀ ਸੜ ਕੇ ਮਰ ਜਾਾਂਗੇ, ਕੋਈ ਮਰਿਆ ਨਹੀਂ ਅੱਜ ਤੱਕ। ਇਹ ਅਕਾਲੀ ਲੀਡਰ ਪਖੰਡ ਕਰਦੇ ਰਹੇ ਨੇ ਤੇ ਇਹ ਸੋਚਦੇ ਸਨ ਵੀ ਸ਼ਾਇਦ ਉਹ ਇਹੋ ਜਿਹਾ ਹੋਏਗਾ। ਉਹ ਸ਼ਹੀਦ ਹੋ ਗਿਆ, ਉਹ ਸ਼ਹੀਦੀ ਪਾ ਗਿਆ। ਇਹਨਾਂ ਦਾ ਮਕਸਦ ਪੂਰਾ ਹੋ ਗਿਆ, ਉਹ ਭੱਜਿਆ ਨਹੀਂ ਤੇ ਸ਼ਹੀਦ ਹੋ ਗਿਆ। ਇਹਨਾਂ ਦੇ ਕੋਲ ਸਿਆਸਤ ਜਿਹੜੀ ਹੈ ਮੁੜ ਕੇ ਉੱਦਾਂ ਦੀ ਉੱਦਾਂ ਰਹਿ ਗਈ। ਇਹ ਆਪਣੀ ਸਿਆਸਤ ਜਿਹੜੀ ਹੈ ਉੱਦਾਂ ਹੀ ਚਲਾਉਂਦੇ ਰਹੇ। ਉਹ ਸੱਚਾ ਆਦਮੀ ਸੀ, ਸ਼ਹੀਦੀ ਪਾ ਗਿਆ। ਜਿਵੇਂ ਤੁਸੀਂ ਕਿਤਾਬ ਵਿੱਚ ਵੀ ਲਿਖਿਆ, ਤੁਹਾਡੀ ਕਿਤਾਬ ਵੀ ਮਾਰਕੀਟ ਦੇ ਵਿੱਚ ਆਈ ਹੈ, ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਿਤਾਬ ਲਿਖਿਆ ਉਸ ਵਿੱਚ ਵੀ ਸਵਾਲ ਖੜੇ ਹੋ ਸਕਦੇ ਨੇ, ਜਾਂ ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਲਿਖਿਆ ਕਿ ਉਹਨਾਂ ਨੇ ਪੋਲੀਟੀਸ਼ੀਅਨ ਦੀ ਹਮਾਇਤ ਵੀ ਕੀਤੀ ਸੀ ਕਿਤੇ ਨਾ ਕਿਤੇ? ਨਹੀਂ, ਉਹ ਮੇਰੇ ਲਿਖਣ ਦੀ ਗੱਲ ਨਹੀਂ, ਇਹ ਤੇ ਇਟਸ ਅ ਮੈਟਰ ਆਫ ਰਿਕਾਰਡ। ਉਹਨਾਂ ਨੇ SGPC ਦੀ ਇਲੈਕਸ਼ਨ ਲੜੀ ਸੀ, ਉਹਦੇ ਵਿੱਚ ਕਾਂਗਰਸ ਨੇ ਉਹਨਾਂ ਦੀ ਸਪੋਰਟ ਕੀਤੀ ਸੀ, ਲੇਕਿਨ ਉਹ ਇਲੈਕਸ਼ਨ ਦੇ ਵਿੱਚ ਬਹੁਤ ਕਾਮਯਾਬ ਨਹੀਂ ਸੀ ਹੋਏ, 4 ਸੀਟਾਂ ਜਿੱਤੇ ਸਨ। ਉਹਦੇ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਸਪੋਰਟ ਕੀਤੀ ਸੀ। ਇਹ ਤੇ ਇਟਸ ਅ ਮੈਟਰ ਆਫ ਰਿਕਾਰਡ। ਲੇਕਿਨ ਉਹਦੇ ਬਾਅਦ ਉਹਨਾਂ ਨੇ ਸਿਆਸਤ ਵਾਲਾ ਕਿਹੜਾ ਛੱਡ ਦਿੱਤਾ ਸੀ। ਉਹਦੇ ਬਾਅਦ ਮੇਰਾ ਬਿਲਕੁਲ ਕਹਿਣ ਦਾ ਮਤਲਬ ਨਹੀਂ, ਤੁਸੀਂ ਇਹਨੂੰ ਕਿਤੇ ਇਸ ਰੂਪ ਦੇ ਵਿੱਚ ਸ਼ਾਇਦ ਪੇਸ਼ ਕਰਨਾ ਚਾਹੋ ਕਿ ਉਹ ਕਾਂਗਰਸ ਦੀ ਹੱਥ ਰੋਕੇ ਸਨ ਤੇ ਕਾਂਗਰਸ ਦੇ ਕਹਿਣ 'ਤੇ ਮੈਂ ਬਿਲਕੁਲ ਨਹੀਂ, ਇਸ ਗੱਲ ਨੂੰ ਨਹੀਂ ਮੰਨਦਾ। ਜੋ ਹਾਲਾਤ ਬਣੇ ਉਹਨਾਂ ਨੇ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਉਹ ਸਮਝ ਰਹੇ ਸਨ ਕਿ ਮੈਂ ਹਾਲਾਤ ਦਾ ਫਾਇਦਾ ਲੈ ਰਿਹਾ। ਮੈਨੂੰ ਲੱਗਦਾ ਹੈ ਕਿ ਅਸਲ ਦੇ ਵਿੱਚ ਇੰਦਰਾ ਗਾਂਧੀ ਜਾਂ ਕਾਂਗਰਸ ਸਰਕਾਰ ਜਿਹੜੀ ਹੈ ਉਹਦੀ ਗੇਮ ਚੱਲ ਰਹੀ ਸੀ, ਉਹ ਫਾਇਦਾ ਲੈ ਰਹੀ ਸੀ। ਉਹਨਾਂ ਦੀ ਭਾਵਨਾ ਜਿਹੜੀ ਹੈ ਸੱਚੀ ਸੀ, ਲੇਕਿਨ ਉਹਨਾਂ ਨੇ ਉਹਦਾ ਫਾਇਦਾ ਜਿਹੜਾ ਸਰਕਾਰ ਨੇ ਚੁੱਕ ਲਿਆ। ਉਹ ਨਹੀਂ ਸਮਝ ਸਕੇ ਵੀ ਇਹ ਖੇਡ ਜਿਹੜੀ ਹੈ ਸਰਕਾਰ ਦੀ ਇਸ ਤਰ੍ਹਾਂ ਚੱਲ ਰਹੀ ਹੈ। ਹੁਣ ਜਿਸ ਤਰੀਕੇ ਨਾਲ ਅੱਜ ਹੁਣ ਪੋਲੀਟਿਕਸ ਦੀ ਗੱਲ ਕਰੀਏ, ਅੱਜ ਕਿਸੇ ਵੀ ਪੋਲੀਟੀਸ਼ੀਅਨ ਦੀ ਗੱਲ ਕਰੀਏ, ਕਿਸੇ ਪੋਲੀਟਿਕਸ ਜਮਾਤ ਦੀ ਗੱਲ ਕਰੀਏ, ਹੁਣ ਜਦੋਂ ਵੀ ਇਲੈਕਸ਼ਨ ਆਉਂਦੇ ਨੇ, ਇਲੈਕਸ਼ਨ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਕਾਂਗਰਸ ਜਮਾਤ ਨੇ ਜਿਹੜੀ ਹੈਗੀ ਜਾਂ ਕਾਂਗਰਸ ਨੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ, ਆਪਣੇ ਵੱਲ ਵੋਟਾਂ ਖਿੱਚਣ ਦੀ ਗੱਲ ਕਰਦੇ ਨੇ ਵੀ ਸਾਨੂੰ ਵੋਟਾਂ ਪੈ ਜਾਣ। ਫਿਰ ਜਿਸ ਤਰੀਕੇ ਨਾਲ ਇਹ ਪੋਲੀਟੀਸ਼ੀਅਨ ਕਹਿੰਦੇ ਨੇ, ਚਾਹੇ ਮੈਂ ਕਿਸੇ ਵੀ ਪਾਰਟੀ ਦਾ ਜ਼ਿਕਰ ਕਰ ਰਿਹਾ, ਜਦੋਂ ਇਹ ਗੱਲ ਹੁੰਦੀ ਹੈ ਚੱਲਦੀ ਹੈ, ਫਿਰ ਜੇ ਇਤਿਹਾਸ ਵਿੱਚ ਝਾਤੀ ਮਾਰੀਏ ਜਾਂ ਜਿਵੇਂ ਵੀ ਤੁਸੀਂ ਵੀ ਕਿਤਾਬ ਵਿੱਚ ਜ਼ਿਕਰ ਕਰਦੇ ਹੋ, ਫਿਰ ਤੁਹਾਨੂੰ ਲੱਗਦਾ ਬਰਾਬਰ ਦੀ ਜ਼ਿੰਮੇਵਾਰ ਪਾਰਟੀਆਂ ਨੇ? ਨਹੀਂ, ਦੇਖੋ, ਪੋਲੀਟੀਕਲ ਪਾਰਟੀ ਨੇ ਆਪਣਾ ਕੋਈ ਨਾ ਕੋਈ ਇਸ਼ੂ ਬਣਾਉਣਾ ਹੁੰਦਾ। ਅਕਾਲੀ ਦਲ ਨੇ ਸ਼ੁਰੂ ਤੋਂ ਜਨਸੰਘ ਦੇ ਨਾਲ ਭਾਈਵਾਲੀ ਪਾਈ। ਪਹਿਲਾਂ BJP ਜਿਹੜੀ ਹੈ ਜਨਸੰਘ ਹੁੰਦੀ ਸੀ, ਜਨਸੰਘ ਦੇ ਨਾਂ 'ਤੇ ਪੋਲੀਟੀਕਲ ਇਹਨਾਂ ਦੇ ਵਿੱਚ ਆਏ। RSS ਦਾ ਜਿਹੜਾ ਪੋਲੀਟੀਕਲ ਵਿੰਗ ਹੈ, ਜਨਸੰਘ ਵੀ RSS ਦਾ ਪੋਲੀਟੀਕਲ ਵਿੰਗ ਸੀ, ਭਾਰਤੀ ਜਨਤਾ ਪਾਰਟੀ ਵੀ RSS ਦਾ ਪੋਲੀਟੀਕਲ ਵਿੰਗ ਹੈ। ਜੇ ਸਿਧਾਂਤਕ ਤੌਰ 'ਤੇ ਦੇਖੀਏ, ਕਾਂਗਰਸ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ, ਸਿੱਖਾਂ ਦੀ ਵਿਰੋਧੀ ਪਾਰਟੀ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਜੇ ਕਹੀਏ ਕਿ BJP ਜਿਹੜੀ ਹੈ ਜਾਂ ਐਰਸਟਰਾਈਲ ਜਨਸੰਘ ਉਹ ਸਿੱਖਾਂ ਦੀ ਹਮਾਇਤੀ ਹੈ, ਤਾਂ ਉਹ ਵੀ ਕੋਈ ਨਹੀਂ। ਮੈਂ ਹੁਣ ਜਿਹੜੀ ਗੱਲ ਕੀਤੀ ਇਹ ਬਿਲਕੁਲ ਉਹੋ ਜਿਹਾ ਜਿਵੇਂ ਇੱਕ ਸੱਪ ਤੇ ਦੂਜਾ ਬਿੱਛੂ, ਹੋਰ ਕੋਈ ਫਰਕ ਨਹੀਂ, ਲੰਬਾ ਚੌੜਾ, ਦੋਨੇ ਇਕੁਅਲੀ ਡੈਮੇਜਿੰਗ ਨੇ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਕਿ ਜੂਨ 84 ਨੂੰ ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ, ਉਹਦਾ ਪੂਰਾ ਫਾਇਦਾ ਚੁੱਕਿਆ। 36 ਸਾਲ ਕਾਂਗਰਸ 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 ਸਿੱਖਾਂ ਦੀ ਦੁਸ਼ਮਣ, ਕਾਂਗਰਸ ਸਿੱਖਾਂ ਦੀ ਦੁਸ਼ਮਣ ਕਹਿ ਕੇ ਆਪਣਾ ਪੋਲੀਟੀਕਲ ਫਾਇਦਾ ਲਿਆ। ਔਰ BJP ਵਰਗੀ ਪਾਰਟੀ ਜਿਹੜੀ ਕਿ ਮੈਂ ਹੁਣੇ ਗੱਲ ਕੀਤੀ, ਇੰਦਰਾ ਗਾਂਧੀ ਡਿਵਾਈਡ ਕਰਨਾ ਚਾਹੁੰਦੀ ਸੀ, ਉਹਨੇ ਸਿੱਖਾਂ ਨੂੰ ਵਿਲਨ ਬਣਾ ਕੇ ਪੇਸ਼ ਕਰ ਦਿੱਤਾ ਕਿ ਇਹ ਹਿੰਦੂਆਂ ਨੂੰ ਮਾਰਨਾ ਚਾਹੁੰਦੇ ਨੇ। ਇੱਥੇ ਬੱਸਾਂ 'ਚੋਂ ਕੱਢ ਕੇ ਬੰਦੇ ਮਾਰੇ ਗਏ, ਹਿੰਦੂ ਚੁਣ ਕੇ ਮਾਰੇ ਗਏ। ਮੈਂ ਬੜੇ ਚੰਗੇ ਪੁਲਿਸ ਅਫਸਰਾਂ ਦੇ ਨਾਲ ਵੀ ਗੱਲ ਕਰਕੇ ਵੇਖਿਆ, ਉਹ ਵੀ ਅਨਓਫੀਸ਼ੀਅਲੀ ਇਹ ਗੱਲ ਨੂੰ ਮੰਨਦੇ ਨੇ ਕਿ ਉਹ ਖਾੜਕੂਆਂ ਨੇ ਨਹੀਂ ਸੀ ਕੀਤਾ, ਜੁਝਾਰੂ ਸਿੰਘਾਂ ਨੇ ਨਹੀਂ ਸੀ ਕੀਤਾ, ਉਹ ਸਰਕਾਰੀ ਏਜੰਸੀਆਂ ਕੋਲੋਂ ਕਰਾਇਆ ਗਿਆ ਸੀ। ਇਸ ਲਈ ਕਰਾਇਆ ਗਿਆ ਸੀ ਕਿ ਆਪਰੇਸ਼ਨ ਬਲੂ ਸਟਾਰ ਦੇ ਵਾਸਤੇ ਇਹ ਗਰਾਊਂਡ ਜਿਹੜੀ ਤਿਆਰ ਕਰਾਤੀ ਜਾਏ, ਲੋਕਾਂ ਨੂੰ ਇਹ ਹੋ ਜਾਏ ਕਿ ਇੰਦਰਾ ਗਾਂਧੀ ਜਿਹੜੀ ਹੈ ਉਹ ਹਿੰਦੂਆਂ ਦੀ ਰਕਸ਼ਕ ਹੈ, ਉਹ ਦੁਰਗਾ ਦੇਵੀ ਦਾ ਅਵਤਾਰ ਪੈਦਾ ਹੋਈ ਹੈ ਔਰ ਉਹ ਬਣ ਕੇ ਦਿਖਾਤਾ ਉਹਨੇ। ਉਹਨੂੰ ਇਹ ਨਹੀਂ ਸੀ ਪਤਾ ਵੀ ਸਿੱਖ ਮਾਨਸਿਕਤਾ ਕਿਹੋ ਜਿਹੀ ਹੈ, ਇਹ ਕਿੰਨਾ ਚਿਰ ਮੈਨੂੰ ਇਹਦਾ ਸੁੱਖ ਲੈਣ ਦੇਣਗੇ, ਕਿੰਨਾ ਦਿਨ ਰਾਜ ਸਤਾ ਮੈਂ ਭੋਗ ਸਕਾਂਗੇ ਜੀ। ਉਹਨੇ ਇਹ ਨਹੀਂ ਸੀ ਸੋਚਿਆ। ਉਹਨੇ ਸਿੱਖ ਇਤਿਹਾਸ ਜਿਹੜਾ ਉਹ ਨਹੀਂ ਪੜ੍ਹਿਆ। ਉਹਨੇ ਸੋਚਿਆ ਛੋਟੀ ਜਿਹੀ ਕੌਮ ਹੈ। ਜਿਵੇਂ ਬਿਲਕੁਲ ਅੱਜ ਜਿਵੇਂ BJP ਮੁਸਲਮਾਨਾਂ ਨੂੰ ਵਰਤ ਰਹੀ ਹੈ ਨਾ ਵਿਲਨ ਬਣਾ ਕੇ ਹਿੰਦੂ ਵੋਟ ਲੈਣ ਵਾਸਤੇ, ਇੰਦਰਾ ਗਾਂਧੀ ਨੇ ਸਿੱਖਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਹਿੰਦੂ ਵੋਟ ਲੈਣ ਵਾਸਤੇ। ਉਹਦੀ ਸਿਆਸਤ ਸੀ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਉਸ ਤੋਂ ਬਾਅਦ ਇੰਦਰਾ ਗਾਂਧੀ ਦਰਬਾਰ ਸਾਹਿਬ ਕੁਝ ਦਿਨਾਂ ਬਾਅਦ ਜਾਂਦੇ ਨੇ। ਉੱਥੇ ਇਹ ਗੱਲ ਵੀ ਹੁੰਦੀ ਹੈ ਕਿ ਅਕਾਲ ਤਖਤ ਦੀ ਮਹੱਤਤਾ ਕੀ ਹੈਗੀ ਹੈ, ਉੱਥੇ ਕਿਹਾ ਵੀ ਜਾਂਦਾ ਜਾ ਕੇ। ਫਿਰ ਉਹਦਾ ਕਹਿਣ ਦਾ ਮਤਲਬ ਕੀ ਸੀ ਕਿ ਕਿਤੇ ਆਪਣੇ ਉਹ ਹਮਦਰਦ ਉੱਥੇ ਬਣਦੇ ਸੀ ਜਾ ਕੇ, ਜਾਂ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ
ਕੀ ਅਕਾਲ ਤਖਤ ਜਿਹੜੀ ਸਿੱਖਾਂ ਵਾਸਤੇ ਇਹਦੀ ਮਾਨਤਾ ਕੀ ਹੈ? ਨਹੀਂ ਨਹੀਂ, ਉਹ ਜਦੋਂ 20 ਦਿਨਾਂ ਦੇ ਬਾਅਦ ਉੱਥੇ ਗਈ ਹੈ ਨਾ, ਉਸ ਵੇਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਪੁੱਛਦੀ ਹੈ ਕਿ ਅਕਾਲ ਤਖਤ ਕੀ ਕਿਆ ਇੰਪੋਰਟੈਂਸ ਹੈ। ਇਹ ਤੁਸੀਂ ਇਹ ਦੇਖੋ ਕਿ ਉਹ ਕਿੰਨੀ ਐਰੋਗੈਂਟ ਟਾਈਪ ਦੀ ਲੀਡਰ ਸੀ ਕਿ ਬਗੈਰ ਕਿਸੇ ਕੌਮ ਦੇ ਇਤਿਹਾਸਕ ਸਥਾਨ ਦੀ ਮਹੱਤਤਾ ਜਾਣੇ, ਉਸ ਕੌਮ ਦੇ ਇਤਿਹਾਸ ਨੂੰ ਜਾਣੇ, ਉਹਨੇ ਐਡਾ ਵੱਡਾ ਸਟੈਪ ਲੈ ਲਿਆ। ਉਹਨੂੰ ਆਪਣੇ ਆਪ ਦੇ ਵਿੱਚ, ਜਿਵੇਂ ਉਹਨੇ 71 ਦੇ ਵਿੱਚ ਬੰਗਲਾਦੇਸ਼ ਆਜ਼ਾਦ ਕਰਾਤਾ, ਦੇਖੋ ਜਿੱਥੋਂ ਤੱਕ ਇੰਡੀਆ ਦਾ ਸਵਾਲ ਹੈ ਬੜਾ ਵੱਡੀ ਗੱਲ ਸੀ। ਔਰ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਜਨਰਲ ਨਿਆਜ਼ੀ ਦੀ ਫੌਜਾਂ ਨੇ ਜਿਹੜੇ ਹਥਿਆਰ ਸੁੱਟੇ ਸਨ, ਜਨਰਲ ਜਗਜੀਤ ਸਿੰਘ ਅਰੋੜਾ ਦੇ ਅੱਗੇ ਸੁੱਟੇ ਸਨ। ਡਾਕੂਮੈਂਟ ਸਰੈਂਡਰ ਜਿਹੜਾ ਹੈ ਉਹਦੇ ਉੱਤੇ ਸਾਈਨ ਜਿਹੜੇ ਹੋਏ ਸਨ ਨਾ ਜਨਰਲ ਨਿਆਜ਼ੀ ਦੇ, ਉਹਦੇ ਉੱਤੇ ਕਬਜ਼ਾ ਲੈਣ ਵਾਲਾ ਜਿਹੜਾ ਸਾਈਨ ਨੇ ਉਹ ਜਨਰਲ ਜਗਜੀਤ ਸਿੰਘ ਅਰੋੜਾ ਦੇ ਨੇ, ਇੱਕ ਸਿੱਖ ਜਨਰਲ ਦੇ ਨੇ। ਬੇਸ਼ੱਕ ਉਹਨੇ ਦੇਸ਼ ਦੇ ਵਾਸਤੇ ਕੀਤਾ, ਸਿੱਖ ਦੇਸ਼ ਦੇ ਵਾਸਤੇ ਕਰਦੇ ਆਏ ਨੇ, ਪਹਿਲੇ ਦਿਨ ਤੋਂ ਕਰਦੇ ਆਏ ਨੇ ਸਿੱਖਾਂ ਦੀ ਕੁਰਬਾਨੀਆਂ ਦੇ ਬਾਰੇ ਜਿਹੜਾ ਕੋਈ। ਲੇਕਿਨ ਇੰਦਰਾ ਗਾਂਧੀ ਨੇ ਨਾ ਤੇ ਇਸ ਗੱਲ ਦੀ ਕਦਰ ਰੱਖੀ ਵੀ ਸਿੱਖ ਕੌਮ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਵਾਸਤੇ, ਕਿੱਡੀ ਬਹਾਦਰ ਕੌਮ ਹੈ, ਫੌਜ ਦੇ ਵਿੱਚ ਇਹਨਾਂ ਦਾ ਕਿੰਨਾ ਵੱਡਾ ਰੋਲ ਰਿਹਾ। ਉਹਨੇ ਸਿਰਫ ਆਪਣੇ ਪੋਲੀਟੀਕਲ ਮਕਸਦ ਨੂੰ ਦੇਖਿਆ ਔਰ ਉਹਨੇ ਨਾ ਸਿੱਖ ਇਤਿਹਾਸ ਪੜ੍ਹਿਆ ਤੇ ਨਾ ਸਿੱਖ ਸੰਸਥਾਵਾਂ ਬਾਰੇ ਜਾਣਿਆ। ਇੰਨਾ ਵੱਡਾ ਕੰਮ ਕਰਕੇ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ ਜਿਸ ਵੇਲੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ, ਜਿਸ ਵੇਲੇ ਸਿੱਖ ਜਜ਼ਬਾਤ ਜਿਹੜੇ ਨੇ ਉਹ ਕਾਬੂ ਤੋਂ ਬਾਹਰ ਹੋ ਗਏ, ਵਹਿਣ ਵਾਕੇ ਵਹਿ ਤੁਰੇ, ਉਸ ਵੇਲੇ ਜਾ ਕੇ ਪੁੱਛ ਰਹੀ ਹੈ ਅਕਾਲ ਤਖਤ ਕੀ ਕਿਆ ਇੰਪੋਰਟੈਂਸ ਹੈ। ਇਹੋ ਜਿਹੀਆਂ ਚੀਜ਼ਾਂ ਅਗਰ ਕੋਈ ਪੋਲੀਟੀਕਲ ਲੀਡਰ ਐਡਾ ਵੱਡਾ ਕੋਈ ਉਹਨੇ ਐਕਸ਼ਨ ਕਰਨਾ ਹੈ ਤਾਂ ਉਹਨੂੰ ਪਹਿਲਾਂ ਸਾਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ। ਇੱਥੇ ਇੰਦਰਾ ਗਾਂਧੀ ਦਾ ਵੀ ਇੱਕ ਬੜਾ ਵੱਡਾ ਫੇਲਿਅਰ ਸੀ। ਔਰ ਜਿਹੜਾ ਅੱਜ ਸਾਰਾ ਭਾਰਤ, ਮੈਂ ਕਹਾਂਗਾ ਅੱਜ ਤੱਕ ਵੀ ਸੰਤਾਪ ਭੋਗ ਰਿਹਾ, ਸਿੱਖਾਂ ਦੇ ਹਿਰਦੇ ਕੋਈ ਸ਼ਾਂਤ ਨਹੀਂ ਹੋ ਗਏ। ਅੱਜ ਜਦੋਂ ਜੂਨ ਦਾ ਮਹੀਨਾ ਆਉਂਦਾ ਜਾਂ ਜਦੋਂ ਨਵੰਬਰ ਦਾ ਮਹੀਨਾ ਆਉਂਦਾ, ਸਿੱਖ ਹਿਰਦੇ ਉਸ ਤਰ੍ਹਾਂ ਤੜਫਦੇ ਨੇ, ਉਹ ਦਰਦ ਜਿਹੜਾ ਮਹਿਸੂਸ ਕਰਦੇ ਨੇ। ਹੁਣ ਆਪਾਂ ਗੱਲ ਕਰੀਏ 84 ਤੋਂ ਅੱਗੇ ਦੀ। 84 ਤੋਂ ਜਦੋਂ ਅਗਲਾ ਦੌਰ ਆਉਂਦਾ ਹੈ ਜਾਂ ਅੱਗੋਂ ਰਾਜਨੀਤੀ ਚੱਲਦੀ ਹੈ, ਜਾਂ ਮੈਂ ਜਿਵੇਂ ਪੋਲੀਟਿਕਸ ਦੀ ਜਮਾਤ ਦੀ ਵੀ ਗੱਲ ਕੀਤੀ ਹੈ, 84 ਤੋਂ ਬਾਅਦ ਜੇ ਆਪਾਂ ਕਿਸੇ ਸਿੱਖ ਲੀਡਰ ਦੀ ਗੱਲ ਕਰੀਏ, ਉਹ ਸਾਹਮਣੇ ਆਇਆ ਨਹੀਂ। ਉਹ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਲੀਡਰ ਸਨ, ਕੌਮ ਮੰਦੀ ਆਈ ਹੈ, ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਉਸ ਤੋਂ ਬਾਅਦ ਇਹੋ ਜਿਹਾ ਕੀ ਹੁੰਦਾ ਕਿ 36 ਸਾਲ ਲੱਗ ਜਾਂਦੇ ਨੇ। 36 ਸਾਲ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਕੋਈ ਲੀਡਰ ਨਹੀਂ ਆਉਂਦਾ। ਫਿਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਜਿਸ ਤਰੀਕੇ ਨਾਲ ਹੁਣ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਮੁਸਲਮਾਨਾਂ ਨੂੰ ਦੇਸ਼ 'ਚ ਟਾਰਗੇਟ ਕੀਤਾ ਜਾਂਦਾ, ਫਿਰ ਤੁਹਾਨੂੰ ਲੱਗਾ ਆਉਣ ਵਾਲਾ ਫਿਊਚਰ ਕੀ ਹੈ ਸਿੱਖਾਂ ਦਾ ਜੇ ਕੋਈ ਲੀਡਰ ਨਹੀਂ ਮਿਲੂਗਾ ਤਾਂ। ਦੇਖੋ ਜਿਹੜੀ ਤੇ ਇਹ ਲੀਡਰਸ਼ਿਪ ਹੈ ਅਕਾਲੀ ਬਾਦਲ ਦਲ ਦੀ ਲੀਡਰਸ਼ਿਪ, ਇਹ ਰਿਜੈਕਟ ਵੀ ਹੋਈ ਪਈ ਹੈ ਔਰ ਇਹਦੇ ਕੋਲੋਂ ਕੋਈ ਆਸ ਵੀ ਨਹੀਂ ਕੀਤੀ ਜਾ ਸਕਦੀ ਵੀ ਕਿ ਸਿੱਖ ਕੌਮ ਦੇ ਵਾਸਤੇ ਕੁਝ ਕਰੇਗੀ। ਇਹਨਾਂ ਨੇ ਤੇ ਸਾਰੇ ਆਪਣੇ ਹੱਕ ਜਿਹੜੇ ਇਹਨੂੰ ਰਾਖਵੇਂ ਰੱਖੇ ਹੋਏ ਨੇ ਕੇਂਦਰ ਕੋਲ ਕਿ ਉਹਦੇ ਬਦਲੇ ਸਾਨੂੰ ਜਿਹੜੋ ਮੇਰੀ ਨੂੰਹ ਨੂੰ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਕਿਹਾ ਜੀ ਕਿ ਜਿਹੜਾ ਐਕਟ ਬਣਿਆ ਜਨਗਣਨਾ ਵਾਲਾ ਐਂਡ ਆਲ ਦੈਟ, ਉਹਦੇ ਖਿਲਾਫ ਅਸੀਂ ਉਹਦੇ ਹੱਕ 'ਚ ਨਹੀਂ ਆ, ਮਾਈਨੋਰਿਟੀਜ਼ ਦੇ ਉਹ ਹੱਕ 'ਚ ਨਹੀਂ ਜਾਂਦਾ। ਲੇਕਿਨ ਜਿਸ ਵੇਲੇ ਵੇਖਿਆ ਵੀ ਜੇ ਇਸ ਇਸ਼ੂ ਦੇ ਉੱਤੇ ਅਸੀਂ ਕੋਈ ਸਟੈਂਡ ਲੈਂਦੇ ਹਾਂ ਤਾਂ ਮੇਰੀ ਨੂੰਹ ਨੂੰ ਜਿਹੜਾ ਉਹ ਮਿਨਿਸਟਰੀ ਛੱਡਣੀ ਪਏਗੀ, ਅਤੇ ਉੱਥੋਂ ਵਾਪਸ ਮੁਨਕਰ ਹੋ ਗਏ। ਇੱਥੇ ਆ ਕੇ ਤਾਂ ਕਹਿੰਦੇ ਦੇ ਨੇ ਵੀ ਮੁਸਲਮਾਨਾਂ ਨੂੰ ਉਹਦੇ ਵਿੱਚ ਲੈਣਾ ਚਾਹੀਦਾ ਸੀ। ਠੀਕ, ਉਹਨਾਂ ਨੇ ਵੋਟ ਤਾਂ ਪਾ ਦਿੱਤੀ ਹੱਕ ਦੇ ਵਿੱਚ, ਫਿਰ ਪੰਜਾਬ 'ਚ ਆ ਕੇ ਕਾਹਤੋਂ ਕਹਿੰਦੇ ਦੇ ਨੇ? ਨਹੀਂ, ਉੱਥੇ ਜਦ ਵੋਟ ਹੀ ਪਾਤੀ ਉਹਦੇ ਹੱਕ ਦੇ ਵਿੱਚ ਤੇ ਉਹਦੇ ਬਾਅਦ ਤਾਂ ਇਹ ਗੱਲਾਂ ਜ਼ਬਾਨੀ ਲਿਫਾਫੇਬਾਜ਼ੀ ਹੈ ਨਾ। ਉਹ ਲਿਫਾਫੇਬਾਜ਼ੀ ਜਿੰਨੀ ਮਰਜ਼ੀ ਕਰਾ ਲਓ, ਉਹ ਲਿਫਾਫੇਬਾਜ਼ੀ ਵੀ ਬੰਦ ਹੋ ਗਈ ਜਿਸ ਵੇਲੇ ਮਾੜੀ ਜਿਹੀ ਤੋਂ ਘੁਰਕੀ ਪੈ ਗਈ। ਇਹਨਾਂ ਨੇ ਸਾਰੇ ਹੱਕ ਜਿਹੜੇ ਨੇ ਉਹਨਾਂ ਨੂੰ ਦਿੱਤੇ ਹੋਏ ਨੇ। ਸਿੱਖ ਕੌਮ ਦੇ ਹੱਕ ਜਿਹੜੇ ਹਕੂਕ ਨੇ ਸਿੱਖ ਕੌਮ ਦੇ, ਉਹ ਸਾਰੇ ਵਿੱਚੇ ਹੋਏ ਨੇ। ਇਹਨਾਂ ਕੋਲੋਂ ਕੋਈ ਆਸ ਨਹੀਂ। ਹੁਣ ਤਾਂ ਸਿਰਫ ਇਹ ਹੈ ਕੋਈ ਨਵੀਂ ਲੀਡਰਸ਼ਿਪ ਇਮਰਜ ਹੋਵੇ ਜਿਹੜੀ ਪੰਥ ਪ੍ਰਸਤ ਹੋਵੇ। ਕੌਮ ਨੇ ਮੌਕਾ ਦਿੱਤਾ, ਸਿਮਰਨਜੀਤ ਸਿੰਘ ਮਾਨ ਨੂੰ ਬੜਾ ਮੌਕਾ ਦਿੱਤਾ। ਉਸ ਵੇਲੇ ਤੁਸੀਂ ਦੇਖੋ ਕਿ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਜਿੱਤ ਗਏ, ਸਿਮਰਨਜੀਤ ਸਿੰਘ ਮਾਨ ਨੂੰ ਉਹਦਾ ਲੀਡਰ ਬਣਾਇਆ ਗਿਆ, ਅਕਾਲੀ ਦਲ ਦਾ ਲੀਡਰ ਬਣਾਇਆ ਗਿਆ, ਲੇਕਿਨ ਉਹ ਵੀ ਕਾਬਲ ਲੀਡਰ ਨਹੀਂ ਨਿਕਲਿਆ। ਮੈਂ ਸਾਫ਼ ਲਫ਼ਜ਼ਾਂ 'ਚ ਕਹਾਂਗਾ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਕਾਬਲ ਨਹੀਂ ਨਿਕਲਿਆ ਵੀ ਸਿੱਖ ਕੌਮ ਨੂੰ ਕੋਈ ਸੁਝਾ ਜੀ। ਇਹ ਸਿਰਫ ਇਹ ਖਾਲਿਸਤਾਨ ਕਰੀ ਜਾਣਾ ਅਤੇ ਉਹਦੇ ਵਾਸਤੇ ਨਾ ਕੋਈ ਪ੍ਰੋਗਰਾਮ ਨਾ ਕੋਈ ਪਲੈਨਿੰਗ।
ਫਿਰ ਉਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਹਿੱਤ ਵਿੱਚ ਹੈ ਜਾਂ ਨਹੀਂ ਹੈ, ਕਿਸ ਪਾਸੇ ਕੌਮ ਨੂੰ ਲੈ ਕੇ ਜਾਣਾ ਚਾਹੀਦਾ, ਉਹਦੀ ਸੂਝ ਹੈ ਨਹੀਂ। ਉਹ ਇਸ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਚੁਸਤ ਨਿਕਲਿਆ, ਇਮਾਨਦਾਰ ਭਾਵੇਂ ਨਹੀਂ ਪਰ ਚੁਸਤ ਹੈ, ਸਿਆਣਾ ਹੈ। ਉਹਨੇ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਕਾਬੂ 'ਚ, ਇਹ ਤਾਂ ਹੁਣ ਐਕਸਪੋਜ਼ ਹੋ ਗਏ ਨੇ ਬਰਗਾੜੀ ਕਾਂਡ ਤੋਂ, ਨਹੀਂ ਤਾਂ ਇਹ ਤਾਂ ਬੜਾ ਵਧੀਆ ਆਪਣਾ ਮੈਨੇਜ ਕਰਦੇ ਆ ਰਹੇ ਸਨ। ਨਹੀਂ, ਖਾਲਿਸਤਾਨ ਦੀ ਗੱਲ ਹੁਣ ਜਦੋਂ 6 ਜੂਨ ਆ ਜਾਂਦਾ ਉਦੋਂ ਵੀ ਆਪਾਂ ਦੇਖਦੇ ਹਾਂ ਕਿ ਬਾਜ਼ਾਰਾਂ ਵਿੱਚ ਜਾ ਕੇ ਜਾਂ ਸਿੱਖ ਜਮਾਤ ਦੇ ਕਈ ਲੋਕ ਹੈਗੇ ਨੇ ਜੋ ਕਿ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਨੇ। ਖਾਲਿਸਤਾਨ ਇਸ ਚੀਜ਼ ਦਾ ਹੱਲ ਹੈਗਾ ਕੋਈ? ਤੁਹਾਨੂੰ ਲੱਗਦਾ ਕਿ ਹੱਲ ਹੋ ਜਾਊਗਾ? ਜਾਂ ਦੂਸਰੇ ਪਾਸੇ ਸਾਫ਼ ਲਫ਼ਜ਼ਾਂ 'ਚ ਕਿਹਾ ਜਾਵੇ ਕਿ ਇੱਕ ਲੀਡਰ ਦੀ ਲੋੜ ਹੈ, ਇੱਕ ਲੀਡਰ ਸਹੀ ਨੁਮਾਇੰਦੇ ਦੀ ਲੋੜ ਹੈ ਜੋ ਸਿੱਖ ਕੌਮ ਦੀ ਅੱਗੇ ਅਗਵਾਈ ਕਰ ਸਕੇ, ਜਾਂ ਖਾਲਿਸਤਾਨ ਦੀ ਲੋੜ ਹੈ? ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ। ਅਸਲ ਜਿਹੜੀ ਗੱਲ ਹੈ ਨਾ, ਸਿੱਖ ਅਣਖ ਨਾਲ ਜੀਣਾ ਚਾਹੁੰਦਾ। ਅਸੀਂ ਜੇ ਖਾਲਿਸਤਾਨ ਹੀ ਚਾਹੁੰਦੇ ਸਾਂ, ਸਾਡਾ ਟਾਰਗੇਟ ਉਹੀ ਸੀ, ਤੇ 47 ਦੇ ਵਿੱਚ ਅਸੀਂ ਸੌਖਾ ਲੈ ਸਕਦੇ ਸਾਂ। ਅਸੀਂ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਤੀਜੀ ਧਿਰ ਬਣ ਕੇ ਜਾਂਦੇ, ਜਿਵੇਂ ਜਿਨ੍ਹਾਂ ਤੀਜੀ ਧਿਰ ਬਣ ਕੇ ਗਿਆ ਸੀ, ਦੂਜੀ ਧਿਰ ਬਣ ਕੇ ਗਿਆ ਸੀ, ਉਹਨੇ ਆਪਣਾ ਅਲੱਗ ਪਾਕਿਸਤਾਨ ਲੈ ਲਿਆ। ਅਸੀਂ ਤੇ ਆਪਣੀ ਤਕਦੀਰ ਜਿਹੜੀ ਹੈ ਭਾਰਤ ਦੇ ਨਾਲ ਜੋੜੀ, ਇਸ ਦੇਸ਼ ਨੂੰ ਆਪਣਾ ਦੇਸ਼ ਮੰਨਿਆ। ਲੇਕਿਨ ਸਾਡੇ ਨਾਲ 47 ਤੋਂ ਲੈ ਕੇ ਅੱਜ ਤੱਕ ਬੇਇਨਸਾਫੀ ਹੁੰਦੀ ਰਹੀ। ਅੱਜ ਤੱਕ ਖਾਲਿਸਤਾਨ ਇੱਕ ਭਾਵਨਾ 'ਚੋਂ ਨਿਕਲਿਆ ਵੀ ਸਾਡੇ ਨਾਲ ਲਗਾਤਾਰ ਬੇਇਨਸਾਫੀ ਹੋ ਰਹੀ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ ਹੈ, ਤੇ 8 ਅਕਤੂਬਰ 1947 ਨੂੰ ਇੱਕ ਸਰਕੂਲਰ ਕੱਢ ਦਿੱਤਾ ਜਾਂਦਾ ਹੈ, ਜਿਹੜਾ ਸਰਦਾਰ ਕਪੂਰ ਸਿੰਘ ਨੇ ਐਕਸਪੋਜ਼ ਕੀਤਾ। ਕਿਉਂਕਿ ਉਹ ICS ਸਨ, ਉਸ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ। ਉਹਨਾਂ ਕੋਲੋਂ ਸਰਕੂਲਰ ਗਿਆ ਤੇ ਉਹ ਤੜਫ ਉੱਠੇ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ, ਜ਼ਰਾਇਮ ਪੇਸ਼ਾ ਕੌਮ ਹੈ। ਸਾਡੇ ਨਾਲ ਵਾਅਦੇ ਤਾਂ ਇਹ ਕੀਤੇ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤੇ ਭਾਰਤ ਦਾ ਸੰਵਿਧਾਨ ਜਿਹੜਾ ਸਿੱਖਾਂ ਦੀ ਮਰਜ਼ੀ ਬਗੈਰ ਨਹੀਂ ਬਣੇਗਾ, ਤੇ ਸਿੱਖਾਂ ਦੀ ਨੁਮਾਇੰਦਿਆਂ ਨੇ ਨਹੀਂ ਸਾਈਨ ਕੀਤੇ। ਉਹਦੇ ਬਾਅਦ ਵੀ ਉਹ ਸੰਵਿਧਾਨ ਅਜੇ ਤੱਕ ਚੱਲਦਾ ਪਿਆ। ਜਿਹੜਾ ਇਹ ਵਾਅਦਾ ਕੀਤਾ ਗਿਆ ਕਿ ਦੇਸ਼ ਦੇ ਉੱਤਰ ਪੱਛਮ ਵਾਲੇ ਖਿੱਤਾ ਰਾਖਵਾਂ ਰੱਖਿਆ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਜਦੋਂ ਅਕਾਲੀ ਲੀਡਰ ਗਏ, ਉਹਨਾਂ ਨੇ ਜਾ ਕੇ ਪੁੱਛਿਆ ਕਿ ਕਿਹਾ ਕਿ ਜੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਲਾਈਨ 'ਚ ਕੰਮ ਮੁਕਾਤਾ। ਉਹਨੇ ਕਿਹਾ ਸਰਦਾਰ ਸਾਹਿਬ ਅਬ ਵਕਤ ਬਦਲ ਗਿਆ ਹੈ। ਉਦੋਂ ਅਸੀਂ ਗੁਲਾਮ ਸਾਂ, ਹੁਣ ਅਸੀਂ ਹਾਕਮ ਬਣ ਗਏ ਹਾਂ, ਹੁਣ ਤੁਸੀਂ ਸਾਡੇ ਕੋਲ ਕੀ ਮੰਗਣ ਆਏ ਹੋ? ਮੈਂ ਇਹ ਵਧੀਕੀਆਂ ਦੀ ਇੱਕ ਲਿਸਟ ਹੈ, ਲੰਬੀ ਲਿਸਟ ਹੈ। ਜੇ ਆਪਾਂ ਉਹਨੂੰ ਡਿਸਕਸ ਕਰਨ ਲੱਗੇ ਹਾਂ ਤਾਂ ਅੱਜ ਦੀ ਤੁਹਾਡੀ ਇੰਟਰਵਿਊ 'ਤੇ ਚਲੀ ਜਾਏਗੀ। ਪੰਜਾਬੀ ਸੂਬਾ ਕੀ ਇਸ਼ੂ ਸੀ? ਦੱਸੋ ਮੈਨੂੰ, ਕੀ ਇਸ਼ੂ ਸੀ? ਗੌਰਮੈਂਟ ਨੇ, ਇੰਡੀਆ ਦੀ ਗੌਰਮੈਂਟ ਨੇ ਇਹ ਵੇਖਿਆ ਕਿ 562 ਸਟੇਟਸ ਨੇ ਜਾਂ 565 ਸਟੇਟਸ ਨੇ, ਮੈਨੂੰ ਐਗਜ਼ੈਕਟ ਨਹੀਂ ਹੁਣ ਯਾਦ, ਇੰਨੀਆਂ ਸਟੇਟਸ ਤਾਂ ਰਹਿ ਨਹੀਂ ਸਕਦੀਆਂ। ਰੀਆਰਗੇਨਾਈਜ਼ ਕਰਕੇ ਛੋਟੀਆਂ ਸਟੇਟਸ, ਵੱਡੀਆਂ ਸਟੇਟਸ ਬਣਾਉਣੀਆਂ ਪੈਣਗੀਆਂ, ਛੋਟੀਆਂ ਨੂੰ ਮਰਜ ਕਰਕੇ ਵੱਡੀਆਂ ਸਟੇਟਸ ਬਣਾਉਣੀਆਂ ਪੈਣਗੀਆਂ। ਉਹਦੇ ਵਾਸਤੇ ਇੱਕ ਲਿੰਗੁਇਸਟਿਕ ਫਾਰਮੂਲਾ ਬਣਾਇਆ ਗਿਆ ਕਿ ਇੱਕ ਭਾਸ਼ਾ ਵਾਲੇ ਜਿਹੜੇ ਸਟੇਟਸ ਨੇ ਉਹਨਾਂ ਨੂੰ ਇੱਕ ਸਟੇਟ ਮੰਨਿਆ ਜਾਏਗਾ। ਸਾਰੀਆਂ ਸਟੇਟਸ ਦੇ ਵਿੱਚ ਨੈਚੁਰਲ ਪ੍ਰੋਸੈਸ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਨਹੀਂ ਹੋਇਆ। ਪੰਜਾਬੀ ਸੂਬਾ ਸਿਰਫ ਇਹ ਸੀ ਕਿ ਪੰਜਾਬ ਦੀ ਰੀਆਰਗੇਨਾਈਜੇਸ਼ਨ ਕੀਤੀ ਜਾਏ ਔਨ ਦਾ ਬੇਸਿਸ ਆਫ ਦੈਟ ਐਕਟ ਜਿਹੜਾ ਤੁਸੀਂ ਬਣਾਇਆ। ਪੰਜਾਬ ਦੀ ਰੀਆਰਗੇਨਾਈਜੇਸ਼ਨ ਕਰਕੇ ਪੰਜਾਬੀ ਭਾਸ਼ਾ ਵਾਲਾ ਇਲਾਕਾ ਜਿਹੜਾ ਉਹਨੂੰ ਸਕਲਤ ਕੀਤਾ ਜਾਏ। ਉਹਨੂੰ ਇੰਝ ਪੇਸ਼ ਕੀਤਾ ਗਿਆ ਜਿਵੇਂ ਸਿੱਖ ਬਾਗੀ ਹੋ ਗਏ ਨੇ। 93,000 ਸਿੱਖਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ, ਕਿੰਨੀਆਂ ਸ਼ਹੀਦੀਆਂ ਹੋਈਆਂ, ਗਿਣਿਆ ਨਹੀਂ ਜਾ ਸਕਦਾ। ਸਿੱਖਾਂ ਨੇ ਬੜਾ ਸੰਘਰਸ਼ ਕੀਤਾ। ਇਹ ਤਾਂ ਸਾਡੀ ਲੀਡਰਸ਼ਿਪ ਬੜੀ ਗੰਦੀ ਸੀ। ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਜਿੰਨੀ ਕੌਮ ਜੁਝਾਰੂ ਹੈ, ਸਾਨੂੰ ਲੀਡਰ ਨਹੀਂ ਕੋਈ ਚੰਗਾ ਮਿਲ ਸਕਿਆ। ਉਹਨਾਂ ਨੇ ਉਹਦੇ ਬਦਲੇ ਪ੍ਰਾਪਤੀ ਜਿਹੜੀ ਹੈ ਕੋਈ ਲੰਬੀ ਚੌੜੀ ਨਹੀਂ ਕੀਤੀ। ਪਹਿਲਾਂ ਤਾਂ ਚਲੋ ਫਿਰ ਉਹਨਾਂ ਨੇ ਪੰਜਾਬੀ ਸੂਬਾ ਬਣਵਾਇਆ, ਕੁਝ ਨਾ ਕੁਝ ਜਿਹੜੀ ਹੈ ਉਹ ਕੀਤਾ। ਲੇਕਿਨ ਹੁਣ ਤਾਂ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਅਮਰਵੇਲ ਵਾਂਗੂ ਛਾਇਆ ਸਿੱਖ ਕੌਮ ਦੇ ਉੱਤੇ, ਹਰ ਦਿਨ ਕੌਮ ਦਾ ਨਿਗਾਰ ਦੇ ਵਿੱਚ ਜਾ ਰਹੀ ਹੈ, ਹਰ ਦਿਨ ਬਰਬਾਦੀ ਹੋ ਰਹੀ ਹੈ। ਕਿਤੇ ਪੰਜਾਬ ਇੰਡੀਆ ਦੇ ਵਿੱਚ ਸਭ ਤੋਂ ਟੌਪ ਦਾ ਸੂਬਾ ਹੁੰਦਾ ਸੀ, ਅੱਜ ਖਿਸਕ ਕੇ 13ਵੇਂ ਸਥਾਨ 'ਤੇ ਆ ਗਿਆ। ਅੱਜ ਇਹ ਹਾਲਤ ਬਣ ਗਈ ਔਰ ਇਹਨਾਂ ਲੋਕਾਂ ਦੀ ਉਹ ਦੇਣ ਹੈ। ਇਹ ਵਾਰੀ ਇਹਨਾਂ ਵਾਰੀਆਂ ਬੰਨੀਆਂ ਹੋਈਆਂ ਨੇ, ਇੱਕ ਵਾਰੀ ਕਾਂਗਰਸ, ਇੱਕ ਵਾਰੀ ਅਕਾਲੀ ਦਲ। ਕਿਤੇ ਦਾ ਲੱਗ ਜਾਂਦਾ ਤੇ 2 ਵਾਰੀ ਵੀ ਲਾ ਲੈਂਦੇ ਨੇ।
ਨਹੀਂ ਜਿਸ ਤਰੀਕੇ ਨਾਲ ਤੁਸੀਂ ਹੁਣ ਸਾਰਾ ਦੱਸਦੇ ਹੋ 47 ਤੋਂ ਲੈ ਕੇ ਹੁਣ ਤੱਕ ਮੇਰਾ ਸਵਾਲ ਇਹ ਸੀ ਕਿ ਖਾਲਿਸਤਾਨ ਇਸ ਚੀਜ਼ ਦਾ ਹੱਲ ਹੈਗਾ। ਜਿਸ ਤਰੀਕੇ ਨਾਲ ਨੌਜਵਾਨ ਹੁਣ ਸੜਕਾਂ ਤੇ ਆਉਂਦੇ ਨੇ ਜਾਂ ਕਹਿੰਦੇ ਨੇ ਜਾਂ ਬਾਹਰਲੀ ਵੀ ਗੱਲ, ਜਦੋਂ ਬਾਹਰ ਦੀ ਗੱਲ ਕਰਨੇ ਆ ਅਬਰੋਡ 'ਚ ਵੀ ਬੈਠੇ ਨੇ, ਜਿਹਦੇ ਗੱਲ ਚੱਲਦੀ ਹੈ, ਇਸ ਚੀਜ਼ ਦਾ ਹੱਲ ਹੈਗਾ ਕਿ ਕੋਈ ਲੀਡਰ ਵੀ ਚਾਹੀਦਾ ਇੱਥੇ ਨੁਮਾਇੰਦਗੀ ਕਰਨ ਵਾਸਤੇ। ਦੇਖੋ, ਕੁਝ ਵੀ ਲੀਡਰ ਬਗੈਰ ਪ੍ਰਾਪਤ ਨਹੀਂ। ਜੇ ਭਾਰਤ ਦਾ ਹਿੱਸਾ ਵੀ ਬਣ ਕੇ ਰਹਿਣਾ ਔਰ ਅਣਖ ਨਾਲ ਰਹਿਣਾ ਤੇ ਇੱਕ ਚੰਗਾ ਲੀਡਰ ਚਾਹੀਦਾ। ਤੇ ਜੇ ਇੱਥੇ ਸਾਡੀ ਅਣਖ ਨੂੰ ਨਕਾਰਿਆ ਜਾਂਦਾ ਹੈ, ਸਾਡੇ ਸਨਮਾਨ ਨੂੰ ਠੇਸ ਪਹੁੰਚਾਈ ਜਾਂਦੀ ਹੈ, ਤੇ ਸਿੱਖ ਨੌਜਵਾਨੀ ਦੇ ਮਨ 'ਚ ਜੋਸ਼ ਆਉਂਦਾ ਕਿ ਅਸੀਂ ਅੱਡ ਆਪਣਾ ਦੇਸ਼ ਬਣਾਈਏ ਜਿੱਥੇ ਅਸੀਂ 1 ਨੰਬਰ ਦੇ ਸ਼ਹਿਰੀ ਬਣ ਕੇ ਰਹਿ ਸਕੀਏ, ਸਾਨੂੰ ਇਹ 2 ਨੰਬਰ ਦੇ ਸ਼ਹਿਰੀ ਟਰੀਟ ਕਰਦੇ ਨੇ, ਤੇ ਤਾਂ ਵੀ ਇੱਕ ਚੰਗੇ ਲੀਡਰ ਦੀ ਲੋੜ ਹੈ। ਅਸਲੀ ਗੱਲ ਜਿਹੜੀ ਹੈ ਨਾ, ਖਾਲਿਸਤਾਨ ਦੀ ਨਿਕਲਦੀ ਕਿੱਥੋਂ ਹੈ, ਤੁਸੀਂ ਉਹਨੂੰ ਵੇਖੋ ਨਾ। ਜਿਹੜੀ ਵਧੀਕੀਆਂ ਹੁੰਦੀਆਂ ਨੇ, ਅਸੀਂ ਤਾਂ ਇਸ ਦੇਸ਼ ਨੂੰ ਆਪਣਾ ਮੰਨਿਆ, ਉਹ ਵਧੀਕੀਆਂ ਦੀ ਵਜ੍ਹਾ ਕਰਕੇ ਸਿੱਖ ਜਿੰਨੀਆਂ ਵਧੀਕੀਆਂ ਹੋਈਆਂ ਨੇ, ਉਹਦੇ ਬਾਅਦ ਕਿਸੇ ਕੌਮ ਦੀ ਨੌਜਵਾਨੀ ਦੇ ਮਨ ਦੇ ਵਿੱਚ ਵੀ ਅਗਰ ਰੋਸ ਪੈਦਾ ਹੋ ਜਾਏ ਤੇ ਇਹਦੀ ਕੀ ਹੈਰਾਨਗੀ ਦੀ ਗੱਲ ਹੈ। ਇੱਕ ਜ਼ਿੰਦਾ ਕੌਮ ਹੈ। ਨਹੀਂ, ਫਿਰ ਜਿਸ ਤਰੀਕੇ ਨਾਲ ਧੜੇ ਬਣੇ ਹੋਏ ਨੇ ਪੰਜਾਬ ਦੇ ਵਿੱਚ, ਅਲੱਗ-ਅਲੱਗ ਪਾਰਟੀਆਂ ਧੜੇ ਬਣਾਏ ਹੋਏ ਨੇ, ਜਿਸ ਤਰੀਕੇ ਨਾਲ ਹਰ ਇੱਕ ਅਲੱਗ-ਅਲੱਗ ਬੰਦਾ ਕਹਿ ਦੇ ਕਿ ਮੈਂ SGPC ਤੋਂ ਜਿਹੜਾ ਬਾਦਲਾਂ ਨੂੰ ਹਟਾਊਂਗਾ, ਉੱਥੇ ਜਾ ਕੇ ਅਸੀਂ ਇਲੈਕਸ਼ਨ ਲੜਾਂਗੇ, ਫਿਰ ਇਸ ਚੀਜ਼ ਨਾਲ ਨੁਮਾਇੰਦਗੀ ਕਰਨਗੇ, ਫਿਰ ਲੀਡਰ ਕਿੱਦਾਂ ਮਿਲੂਗਾ ਜੇ ਸਾਰੇ ਅਲੱਗ-ਅਲੱਗ ਧੜੇ ਬਣਾ ਕੇ ਬੈਠ ਜਾਣਗੇ। ਦੇਖੋ, ਧੜਾ ਇੱਕ ਉਸ ਵੇਲੇ ਹੁੰਦਾ ਜਿਸ ਵੇਲੇ ਸਿਧਾਂਤਕ ਮਤਭੇਦ ਨਾ ਹੋਣ, ਸਿਧਾਂਤ ਮਿਲਦੇ ਹੋਣ। ਸਿਧਾਂਤਕ ਤੌਰ ਦੇ ਉੱਤੇ ਵਖਰੇਵੇਂ ਨੇ। ਉਸ ਤੋਂ ਵੱਡਾ ਵਖਰੇਵਾਂ ਪਤਾ ਕੀ ਹੈ? ਇੱਕ ਉਹ ਕਹਾਵਤ ਬਣੀ ਹੋਈ ਹੈ, ਸਾਡੇ ਮਾਤਾ ਜੀ ਸੁਣਾਉਂਦੇ ਹੁੰਦੇ ਸੀ ਵੀ ਬਿੱਛੂਆਂ ਦੀ ਫੌਜ ਜਾ ਰਹੀ ਸੀ, ਬਿੱਛੂ ਟੂਏ ਕਹਿੰਦੇ, ਉਹਨਾਂ ਦੀ ਫੌਜ ਜਾ ਰਹੀ ਸੀ। ਕਿਸੇ ਨੇ ਪੁੱਛਿਆ ਵੀ ਤੁਹਾਡਾ ਸਿਪਾਹ ਸਲਾਰ ਕੌਣ ਹੈ, ਤੁਹਾਡਾ ਲੀਡਰ ਕੌਣ ਹੈ? ਉਹ ਕਹਿੰਦਾ ਵੀ ਜਿਹਦੀ ਪਿੱਠ ਨੂੰ ਮਰਜ਼ੀ ਹੱਥ ਲਾ ਕੇ ਵੇਖ ਲੈ, ਉਹੀ ਉਨਾ ਹੀ ਡੰਗ ਮਾਰੇਗਾ। ਸਾਡੇ ਤਾਂ ਸਾਰੇ ਹੀ ਲੀਡਰ ਨੇ। ਅੱਜ ਇਕੱਠੇ ਨਾ ਹੋ ਸਕਣ ਦਾ ਕਾਰਨ ਹੀ ਇੱਕੋ ਹੈ, ਉਹ ਈਗੋ ਜਿਹੜੀ ਹੈ ਕਿ ਮੈਂ ਲੀਡਰ, ਮੈਂ ਅੱਗੇ ਹੋਵਾਂ। ਉਹ ਛੋਟਾ ਜਿਹਾ ਧੜਾ ਬਣਾ ਕੇ ਉਹਦਾ ਲੀਡਰ ਬਣਨ ਨੂੰ ਤਿਆਰ ਹੈ, ਲੇਕਿਨ ਇੱਕ ਵੱਡੇ ਧੜੇ ਦੇ ਵਿੱਚ ਇੱਕ ਦੂਜੇ ਜਾਂ ਤੀਜੇ ਨੰਬਰ ਦਾ ਲੀਡਰ ਬਣਨ ਨੂੰ ਤਿਆਰ ਨਹੀਂ। ਉਹ ਧੜਾ ਭਾਵੇਂ ਇੰਨਾ ਕਮਜ਼ੋਰ ਹੋਵੇ ਕਿ ਉਹਦੀ ਕੋਈ ਔਕਾਤ ਨਾ ਹੋਵੇ, ਲੇਕਿਨ ਉਹਦਾ ਪ੍ਰਧਾਨ ਬਣ ਕੇ ਰਹਿਣਾ ਚਾਹੁੰਦਾ। ਲੇਕਿਨ ਦੂਜਾ ਇੱਕ ਵੱਡਾ ਧੜਾ ਬਣ ਜਾਏ ਜਿਹੜਾ ਕੱਲ੍ਹ ਨੂੰ ਰਾਜਸੀ ਸੱਤਾ ਵੀ ਹਾਸਲ ਕਰ ਸਕੇ, ਉਹਦਾ ਤੀਜੇ ਚੌਥੇ ਨੰਬਰ ਦਾ ਲੀਡਰ ਨਹੀਂ ਬਣਨਾ ਚਾਹੁੰਦਾ। ਜਿਸ ਵੇਲੇ ਹੁਣ ਜੇ 7-8 ਗਰੁੱਪਾਂ ਨੇ ਇਕੱਠੇ ਹੋਣਾ ਅਤੇ ਆਖਰ ਇੱਕ ਲੀਡਰ ਬਣਨਾ ਪਏਗਾ, ਅਤੇ ਉਹਦੇ ਵਿੱਚ ਤੀਜੇ ਚੌਥੇ 5ਵੇਂ 6ਵੇਂ 7ਵੇਂ ਸਥਾਨ ਵੀ ਬਣਨਗੇ, ਉਹ ਬਣਨ ਨੂੰ ਕੋਈ ਤਿਆਰ ਨਹੀਂ। ਇਹ ਮੀਟਿੰਗਾਂ ਵੀ ਹੁੰਦੀਆਂ, ਦੌਰ ਵੀ ਚੱਲਦਾ, ਇਕੱਠੇ ਹੋ ਵੀ ਜਾਂਦੇ ਨੇ, ਫਿਰ ਸਮੱਸਿਆ ਕਿੱਥੇ ਆ ਜਾਂਦੀ? ਮੀਟਿੰਗ ਵਿੱਚ ਤਾਂ ਕਹਿ ਦਿੰਦੇ ਨੇ ਵੀ ਸਾਡੇ 8 ਪਾਰਟੀਆਂ ਸਾਡੇ ਨਾਲ ਨੇ, 6 ਪਾਰਟੀਆਂ ਸਾਡੇ ਨਾਲ ਨੇ, ਜਾਂ 4 ਪਾਰਟੀਆਂ ਸਾਡੇ ਨਾਲ ਨੇ, ਅਸੀਂ ਸਿੱਖਾਂ ਦੀ ਅੱਗੇ ਜਗ੍ਹਾ ਅਗਵਾਈ ਕਰਾਂਗੇ, ਅਸੀਂ ਸਹੀ ਸੇਧ ਦੇਵਾਂਗੇ। ਫਿਰ ਪ੍ਰੋਬਲਮ ਕਿੱਥੇ ਆ ਜਾਂਦੀ, ਸਮੱਸਿਆ ਕਿੱਥੇ ਆ ਜਾਂਦੀ ਹੈ? ਸਿੰਘ ਜੀ, ਪ੍ਰੋਬਲਮ ਉਹੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ। ਮੈਂ ਇਹ ਬਹੁਤ ਮੀਟਿੰਗਾਂ ਅਟੈਂਡ ਕੀਤੀਆਂ ਨੇ, ਮੈਂ ਇਹਨਾਂ ਦਾ ਹਿੱਸਾ ਰਿਹਾ। ਸਾਡੇ ਸ਼੍ਰੋਮਣੀ ਖਾਲਸਾ ਪੰਚਾਇਤ ਇੱਕ ਬੜੀ ਵੱਡੀ ਐਕਟੀਵਿਟੀ ਦੇ ਵਿੱਚ ਰਹੀ ਹੈ, ਅਸੀਂ ਸਾਰੀਆਂ ਮੀਟਿੰਗ ਅਟੈਂਡ ਕਰਦੇ ਰਹੇ ਹਾਂ। ਉਹ ਸਭ ਸਾਰਿਆਂ ਨੂੰ ਵਿਖਾਉਣ ਦੇ ਵਾਸਤੇ ਇਕੱਠੇ ਹੋਣ ਵਾਲੀ ਗੱਲ ਹੁੰਦੀ ਹੈ, ਲੇਕਿਨ ਲੀਡਰ ਨਹੀਂ ਮੰਨਣ ਨੂੰ ਕਿ ਤਿਆਰ ਇੱਕ ਨੂੰ। ਸਾਰੀ ਗੱਲ ਤਾਂ ਉੱਥੇ ਹੈ ਨਾ, ਉੱਥੇ ਅਨਾਊਂਸ ਵੀ ਹੋ ਜਾਂਦਾ ਹੈ, ਉਹਦਾ ਨਾਂ ਵੀ ਚੱਲਣਾ ਸ਼ੁਰੂ ਹੋ ਜਾਂਦਾ ਹੈ। ਬਾਅਦ ਦੇ ਵਿੱਚ ਜਿਹੜਾ ਹੁਣ ਜਿਵੇਂ ਯੂਨਾਈਟਿਡ ਅਕਾਲੀ ਖਾਲਸਾ ਐਕਸ਼ਨ ਕਮੇਟੀ ਕਈ ਪਾਰਟੀਆਂ ਨੂੰ ਬਣਾ ਕੇ ਬਣੀ। ਕੁਝ ਸਮੇਂ ਦੇ ਬਾਅਦ ਖਾਲਸਾ ਐਕਸ਼ਨ ਕਮੇਟੀ ਵਾਜ਼ ਵਨ ਆਫ ਦੋਜ਼ ਪਾਰਟੀਜ਼ ਜਿੱਥੇ ਉਹਦੀ ਅੰਬਰੇਲਾ ਆਰਗੇਨਾਈਜੇਸ਼ਨ ਬਣੀ ਸੀ। ਅੰਬਰੇਲਾ ਆਰਗੇਨਾਈਜੇਸ਼ਨ ਦੀ ਬਜਾਏ ਉਹ ਇੱਕ ਅਲੱਗ ਧਿਰ ਬਣ ਗਈ। ਉਹਦਾ ਜਿਹੜਾ ਪ੍ਰਧਾਨ ਹੈ ਉਹਦਾ ਨਾਂ ਅਲੱਗ ਚੱਲਣਾ ਪਿਆ, ਜਿਹੜੀਆਂ ਦੂਜੀਆਂ ਸਨ ਉਹਨਾਂ ਦੇ ਨਾਂ ਉੱਦਾਂ ਦੇ ਉੱਦਾਂ ਜਿਹੜੇ ਚੱਲਦੇ ਰਹੇ। ਇਹ ਜਿਹੜੀ ਹੈ ਬੜੀ ਬਦਕਿਸਮਤੀ ਹੈ। ਲੇਕਿਨ ਨਹੀਂ, ਮੇਰਾ ਇੱਕ ਵਿਸ਼ਵਾਸ ਹੈ ਅੱਜ ਸਿੱਖ ਨੌਜਵਾਨੀ ਜਿਹੜੀ ਹੈ ਸੁਚੇਤ ਹੋ ਰਹੀ ਹੈ। ਪ੍ਰਕਾਸ਼ ਸਿੰਘ ਦਾ ਡਾਊਨਫਾਲ ਆਉਣਾ ਇਹ ਇੱਕ ਸੰਕੇਤ ਹੈ ਕਿ ਵੀ ਸਿੱਖਾਂ ਦੇ ਵਿੱਚ ਜਾਗ੍ਰਿਤੀ ਜਿਹੜੀ ਆ ਰਹੀ ਹੈ। ਉਹ ਪਛਾਣ ਰਹੇ ਨੇ ਕਿ ਇਹ ਲੋਕ ਜਿਹੜੇ ਨੇ ਗਲਤ ਲੋਕ ਨੇ। ਜੇ ਗਲਤ ਦੀ ਪਛਾਣ ਕਰਨ ਲੱਗ ਪਏ ਨੇ ਤਾਂ ਕਿਸੇ ਠੀਕ ਦੀ ਪਛਾਣ ਵੀ ਜ਼ਰੂਰ ਕਰਨਗੇ। ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਇਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਸਮਾਂ ਲੰਘੀ ਜਾਂਦਾ ਹੈ, ਕਹਿੰਦੇ ਸਮਾਂ ਘੋੜਿਆਂ ਵਾਂਗੂ ਹੁੰਦਾ, ਭੱਜੀ ਜਾਂਦਾ, ਤਾਂ ਲੱਗਦਾ ਕਿ ਅੱਗੇ ਜਾ ਕੇ ਜਿਹੜੇ ਨੌਜਵਾਨ ਨੇ ਉਹ ਸਵਾਲ ਪੁੱਛਣਗੇ ਜਾਂ ਸਵਾਲ ਕਰਨ। ਜਦੋਂ ਵੀ ਲੀਡਰ ਤੁਹਾਡੇ ਕੋਲ ਆਉਂਦਾ, ਚਾਹੇ ਕਿਸ ਧਾਰਮਿਕ ਲੀਡਰ ਹੈ ਚਾਹੇ ਸਿਆਸਤ ਲੀਡਰ ਹੈ, ਜੇ ਨੌਜਵਾਨ ਸਵਾਲ ਕਰੂਗਾ ਤਾਂ ਜਾ ਕੇ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਨੂੰ ਹੁਣ ਕੋਈ ਸਵਾਲ ਕਰਨ ਵਾਲੇ ਨੌਜਵਾਨ ਹੈਗੇ ਨੇ। ਸਾਨੂੰ ਲੋਕੀ ਪੁੱਛਦੇ ਨੇ, ਜੇ ਅਸੀਂ ਕੋਈ ਵੀ ਗਲਤ ਕੰਮ ਕੀਤਾ, ਕੱਲ੍ਹ ਨੂੰ ਅਸੀਂ ਵੋਟਾਂ ਲੈਣ ਜਾਣੀਆਂ ਜਾਂ ਕੱਲ੍ਹ ਨੂੰ ਕਿਤੇ ਸਮਾਗਮ ਵੀ ਕਰਦੇ ਹਾਂ, ਸਾਨੂੰ ਲੋਕੀ ਪੁੱਛਣਗੇ। ਫਿਰ ਨੌਜਵਾਨ ਇਸ ਚੀਜ਼ ਵੱਲ ਵੱਧਦੇ ਨੇ। ਨਹੀਂ, ਦੇਖੋ, ਇੱਕ ਬੜਾ ਵੱਡਾ ਇਨਕਲਾਬ ਆਇਆ। ਜਿਹੜਾ ਸੋਸ਼ਲ ਮੀਡੀਆ ਨਾ, ਇਹ ਬੜਾ ਵੱਡਾ ਇਨਕਲਾਬ ਹੈ।
ਸੋਸ਼ਲ ਮੀਡੀਆ ਤੇ ਰੋਜ਼ ਸਵਾਲ ਹੋ ਰਹੇ ਨੇ, ਬਿਨਾਂ ਨਾਗਾ ਹੋ ਰਹੇ ਨੇ। ਇੱਕ ਬੰਦੇ ਵੱਲੋਂ ਨਹੀਂ ਹੋ ਰਹੇ, ਸੈਂਕੜਿਆਂ ਵੱਲੋਂ ਹੋ ਰਹੇ ਨੇ, ਔਰ ਉਹਨਾਂ ਪੋਲੀਟੀਕਲ ਲੀਡਰਾਂ ਨੂੰ ਹੋ ਰਹੇ ਨੇ। ਫਰਕ ਸਿਰਫ ਕੀ ਹੈ, ਲੋੜ ਇਹ ਹੈ ਕਿ ਉਹ ਸਵਾਲ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਹੋ ਰਹੇ ਨੇ, ਇੱਕਦਮ ਇੰਨੀ ਜ਼ਰੂਰਤ ਬਣਨ ਕਿ ਸਟੇਜ ਤੇ ਖੜੇ ਲੀਡਰ ਨੂੰ ਜਿਹੜਾ ਸਵਾਲ ਪੁੱਛ ਸਕਣ, ਔਰ ਉਹ ਸਮਾਂ ਆਏਗਾ, ਜ਼ਰੂਰ ਆਏਗਾ। ਇਹ ਮੇਰਾ ਪੂਰਨ ਵਿਸ਼ਵਾਸ ਹੈ। ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਔਰ ਸਿੱਖ ਨੌਜਵਾਨੀ ਦੇ ਵਿੱਚ ਉਹ ਜਜ਼ਬਾ ਪੈਦਾ ਹੋ ਰਿਹਾ, ਜਜ਼ਬੇ ਤੋਂ ਜ਼ਿਆਦਾ ਲੋੜ ਹੈ ਸਮਝਦਾਰੀ ਦੀ। ਉਹ ਸਮਝਦਾਰੀ ਆ ਰਹੀ ਹੈ ਤੇ ਫਿਰ ਜਜ਼ਬਾ ਵੀ ਜ਼ਰੂਰ ਆ ਜਾਏਗਾ। ਉਹ ਸਮਝਦਾਰੀ ਦਾ ਹੀ ਨਤੀਜਾ ਹੈ ਕਿ ਕੌਮ ਨੇ ਪਛਾਣ ਲਿਆ ਕਿ ਇਹ ਲੋਕ ਨੇ ਜਿਨ੍ਹਾਂ ਨੇ ਬਰਬਾਦੀ ਕੀਤੀ ਹੈ, ਇਹਨਾਂ ਤੋਂ ਸਾਨੂੰ ਖਹਿੜਾ ਛੁਡਾਉਣਾ ਚਾਹੀਦਾ। ਜੇ ਉਹਨਾਂ ਤੋਂ ਖਹਿੜਾ ਛੁਡਾਉਣਾ ਚਾਹੀਦਾ ਤੇ ਫਿਰ ਇੱਕ ਨਵੀਂ ਲੀਡਰਸ਼ਿਪ ਵੀ ਜ਼ਰੂਰ ਇਮਰਜ ਕਰੇਗੀ, ਔਰ ਜਿਹੜੀ ਪੰਥ ਪ੍ਰਸਤ ਹੋਏਗੀ ਉਹ ਫਿਰ ਪੰਥ ਨੂੰ ਚੜ੍ਹਦੀਆਂ ਕਲਾਂ 'ਚ ਲੈ ਕੇ ਜਾਏਗੀ। ਮੈਂ ਨਿਰਾਸ਼ਾਵਾਦੀ ਨਹੀਂ ਹਾਂ। ਇਸ ਨਾਲ ਸਾਡਾ ਰਜਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਕਿਤਾਬਾਂ ਵੀ ਲਿਖਦੇ ਨੇ, ਜ਼ਿਕਰ ਵੀ ਕਰਦੇ ਨੇ 1984 ਦਾ। ਤਾਂ ਸਵਾਲ ਇੱਥੇ ਹੀ ਖੜਾ ਹੋ ਜਾਂਦਾ ਕਿ 36 ਸਾਲ ਦੇ ਵਿੱਚ ਜੇ ਕੋਈ ਲੀਡਰ ਨਹੀਂ ਮਿਲਿਆ ਤਾਂ ਨੌਜਵਾਨ ਹੁਣ 2020 ਦੇ ਵਿੱਚ ਮੌਜੂਦ ਆ ਤੇ ਹੁਣ ਵੀ ਸਵਾਲ ਕਰਨ ਆਪਣੇ ਲੀਡਰਾਂ ਨੂੰ ਆ ਕੇ, ਹੁਣ ਪੁੱਛਣ, ਚਾਹੇ ਲੀਡਰ ਸਿਆਸਤ ਵਾਲੇ ਨੇ ਚਾਹੇ ਲੀਡਰ ਧਾਰਮਿਕ ਨੇ। ਜਦੋਂ ਤੁਸੀਂ ਸਵਾਲ ਕਰੋਗੇ ਜਾ ਕੇ ਉਹਨਾਂ ਨੂੰ ਜਵਾਬ ਵੀ ਦੇਣੇ ਪੈਣੇ ਨੇ ਤੇ ਕਿਤੇ ਨਾ ਕਿਤੇ ਥੋੜਾ ਉਹਨਾਂ ਵਾਸਤੇ ਵੀ ਔਖਾ ਹੋ ਜਾਊਗਾ ਕਿ ਸਾਨੂੰ ਨੌਜਵਾਨੀ ਸਵਾਲ ਕਰਦੀ ਹੈ, ਜਿਹੜੇ ਅੱਗੇ ਕੰਮ ਕਰਨੇ ਨੇ ਉਹ ਸਹੀ ਕੀਤੇ ਜਾਣ। ਆਪਾਂ ਪਹਿਲਾਂ ਦੇਖਦੇ ਆਏ ਸੀ ਕੋਈ ਸਵਾਲ ਨਹੀਂ ਕਰਦਾ ਸੀ, ਕਿਤੇ ਜਾ ਕੇ ਜੇ ਕੋਈ ਸਵਾਲ ਕਰਦਾ ਸੀ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਪਾਵਰ ਹੁੰਦੀ ਸੀ, ਸਟੇਟ ਦੀ ਪਾਵਰ ਕਰ ਲਈ ਜਾਂ ਆਪਾਂ ਸੈਂਟਰ ਦੀ ਪਾਵਰ ਕਰ ਲਈਏ, ਉਸ ਵਿੱਚ ਕਿਤੇ ਨਾ ਕਿਤੇ ਜਾ ਕੇ ਉਹ ਫਸ ਜਾਂਦੇ ਸੀ। ਪਰ ਉਹ ਸਵਾਲ ਕਰਨੇ ਚਾਹੀਦੇ ਨੇ, ਤੁਹਾਨੂੰ ਵੀ ਪੁੱਛਣਾ ਚਾਹੀਦਾ। ਉਹ ਜਿਸ ਤਰੀਕੇ ਨਾਲ ਜੂਨ ਦਾ ਮਹੀਨਾ ਹੈਗਾ, ਤੀਜਾ ਘੱਲੂਘਾਰਾ ਜਿਹੜਾ ਹੋਇਆ ਸੀ, ਉਸ ਵਿੱਚ ਸਾਰੇ ਹੀ ਸਿੱਖਾਂ ਦੇ ਜਿਹੜੇ ਨੇ ਉਹ ਦਿਲ ਬੁਲੰਦੇ ਗਏ ਸੀ।